गोयल साहब कह रहे हैं तुसीं आ विसाखी के उत्ते इन्हां दी चिट्ठी इन बिन लागू कर दिओ, इन बिन लागू कर दिओ। ते मैं तुहानूं कहना कि 25 तो 30% पंजाबियों को कोई पेमेंट नहीं मिली, कोई पेमेंट। वो खड़ा हो मंडी च कणक लैके, पर उन्होंने पेमेंट मिलने की कोई उम्मीद नहीं हो। भाई ये छोटा किसान जमीन ठेके ते लैण तो पहला पैसे कितों लेंदा? वो तो है नहीं कि उन्हें 4 एकड़ ते कल्टीवेशन करनी है, 2 एकड़ ते करनी है, 1.5 एकड़ ते करनी है, 5 एकड़ ते करनी है, वो 8 किलो पैसे लगू। वो कहना लिया यार 2 लाख दे दे, मैंने लाख दे दे। क्यों? उन्हें बीज खरीदना। जदों इलैक्ट्रिसिटी अमेंडमेंट बिल वैबसाइट ते चढ़िया सीगा गवर्नमेंट मीडिया दी, मैं उदों 7 महीने पहला 8 महीने पहला कहा सीगा एक होर साल इशारे पीडीएस सिस्टम खत्म करांगे, जिहड़ा गरीब नूं 3 रुपये चौल 1 रुपये चौल ਅਸੀਂ ਹੁਣ ਗਰੀਬ ਨੂੰ ਉਹਦੇ ਖਾਤੇ 'ਚ ਪਾਵਾਂਗੇ ਪੈਸੇ, ਉਹਦੇ ਖਾਤੇ 'ਚ ਪਾਵਾਂਗੇ। ਬਹੁਤ ਚੰਗੀ ਗੱਲ ਹੈ ਜੀ, ਲੋਕ ਕਹਿਣਗੇ ਬੜੀ ਵਧੀਆ ਗੱਲ ਹੈ ਜੀ, ਖਾਤੇ 'ਚ ਪਾਓਗੇ। ਪਰ ਤੁਸੀਂ ਮੈਨੂੰ ਇਹ ਦੱਸੋ, ਮੈਂ ਸਵਾਲ ਪੁੱਛਦਾ ਵੀ ਜਦੋਂ ਹੁਣ ਗਰੀਬ ਦੇ ਪੈਸੇ ਖਾਤੇ 'ਚ ਆ ਗਏ, ਉਹ ਮਾਰਕੀਟ ਰੇਟ ਤੇ ਖਰੀਦੂਗਾ ਜਾਂ 3 ਰੁਪਏ ਕਿਲੋ ਖਰੀਦੂਗਾ? ਦੱਸ ਦਿਓ। ਅੰਬਾਨੀ ਔਰ ਅਡਾਨੀ ਨੇ ਕਰਜ਼ਾ ਮੋੜਨਾ ਹੁੰਦਾ ਹੈ ਤੇ ਤੁਸੀਂ ਕਹਿੰਦੇ ਹੋ 5 ਸਾਲ ਨਹੀਂ। ਅੰਬਾਨੀ ਸਾਹਿਬ ਵੱਡੇ ਵੱਡੇ ਕਾਰਪੋਰੇਟਰ ਨੂੰ ਕਹਿੰਦੇ 5 ਸਾਲ ਹੀ ਮਾਰੇ 25 ਸਾਲ ਕੋਲ। ਵਾਹ ਦੇਖੋ ਜਿਸ ਕਰੇ ਇੱਕ ਕਿਸੇ ਕਿਸਾਨ ਨੂੰ, ਕਿਸੇ ਇੱਕ ਛੋਟੇ ਵਪਾਰੀ ਨੂੰ, ਕਿਸੇ ਇੱਕ ਬੰਦੇ ਨੂੰ ਇਹ ਕਿਹਾ ਕਰੇ ਵੀ 5 ਸਾਲ ਜਿਹੜਾ ਮੋੜੀ ਤੂੰ 7 ਚ ਮੋੜਦੀ, ਤੂੰ 10 ਚ ਮੋੜਦੀ। ਮੈਂ ਕਹਿੰਦਾ 10 ਹੀ ਕਰ ਦੂੰ। I will not flinch, not back an inch. 100 ਵਾਰ 1000 ਵਾਰ ਸੋਚਣਾ ਤਾਂ ਨਿਰਣਾ ਲੈਣਾ। ਜਿਹੜਾ ਨਿਰਣਾ ਲੈਣਾ ਉਹਨੂੰ ਪਿੱਛੇ ਨਹੀਂ ਰਿਹਾ ਕੋਈ ਬੰਦਾ ਕਰੇ। ਸਿੱਧੂ ਸਾਹਿਬ ਆ ਤੂੰ 10 ਸਾਲ ਪਹਿਲਾਂ ਕਿਹਾ ਸੀ ਕਿ ਅੱਜ ਮੁੱਕਰ ਗਿਆ। ਲੰਮੇ ਸਮੇਂ ਦੀ ਚੁੱਪੀ ਤੋਂ ਬਾਅਦ ਆਖਿਰਕਾਰ ਅੱਜ ਨਵਜੋਤ ਸਿੰਘ ਸਿੱਧੂ ਬੋਲ ਹੀ ਪਏ ਨੇ। ਨਵਜੋਤ ਸਿੱਧੂ ਨੇ ਪਟਿਆਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਜੰਮ ਕੇ ਨਿਸ਼ਾਨੇ ਬਿੰਨੇ ਨੇ। ਨਵਜੋਤ ਸਿੱਧੂ ਨੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇਣ ਨੂੰ ਕੇਂਦਰ ਸਰਕਾਰ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਹਨਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਉੱਤੇ ਕਈ ਇਲਜ਼ਾਮ ਵੀ ਮੜੇ ਨੇ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਕੇਂਦਰ ਦਾ ਇੱਕੋ ਇੱਕ ਮਕਸਦ ਸਿਰਫ ਪੰਜਾਬ ਦੀ ਖੇਤੀ, ਕਿਸਾਨੀ ਅਤੇ ਰੋਜ਼ਗਾਰ ਨੂੰ ਤਬਾਹ ਕਰਨਾ ਹੈ। ਸਿੱਧੂ ਨੇ ਕਿਹਾ ਹੈ ਕਿ ਦੇਸ਼ ਦੇ ਖੁਰਾਕ ਮੰਤਰੀ ਪਿਊਸ਼ ਗੋਇਲ ਝੂਠੇ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਉਹਨਾਂ ਦੀ ਚਿੱਠੀ ਮੁਤਾਬਕ ਆਨਲਾਈਨ MSP ਭੁਗਤਾਨ ਨੂੰ ਲਾਗੂ ਕਰ ਦਿੱਤਾ ਗਿਆ ਤਾਂ ਛੋਟੇ ਕਿਸਾਨਾਂ ਨੂੰ ਸਭ ਤੋਂ ਵੱਡਾ ਨੁਕਸਾਨ ਹੋਵੇਗਾ। ਪਿਆਰੇ ਦੋਸਤੋ, ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਇੱਕ ਲਾਰਜਰ ਕਨਸਪੀਰੇਸੀ, ਇੱਕ ਵੱਡੇ ਛੜਯੰਤਰ ਨੂੰ ਬੇਨਕਾਬ ਕਰ। ਪਿਊਸ਼ ਗੋਇਲ ਸਾਹਿਬ ਨੇ ਚੀਫ ਮਿਨਿਸਟਰ ਸਾਹਿਬ ਨੂੰ ਇੱਕ ਚਿੱਠੀ ਲਿਖੀ। ਮੇਰੇ ਦੋਸਤ ਨੇ, ਉਹ ਮੈਂ ਜਾਣਦਾ ਉਹਨਾਂ ਨੂੰ, ਪਰ ਉਹਦੀ ਜਿਹੜੀ ਸੌੜੀ ਨੀਅਤ ਹੈ, ਉਹਦਾ ਜਿਹੜਾ ਅੰਡਰ ਕਰੰਟ ਹੈ, ਉਹ ਝੂਠ ਦੀ ਬੁਨਿਆਦ ਤੇ ਖੜਾ ਹੈ। ਜੜੋਂ ਪੱਟ ਦੂੰ ਉਹ ਝੂਠ ਨੂੰ। ਵੈਸੇ ਵੀ ਝੂਠ ਦੇ ਪੈਰ ਨਹੀਂ ਹੁੰਦੇ। ਉਸ ਚਿੱਠੀ ਦੇ ਵਿੱਚ ਸਭ ਤੋਂ ਵੱਡਾ ਮਨਸੂਬਾ ਇਹ ਹੈ ਕਿ ਸਾਡਾ ਏਜ 올ਡ ਟ੍ਰਾਈਡ ਟੈਸਟਡ ਸਕਸੈਸਫੁਲ APMC ਦਾ ਜਿਹੜਾ ਮੰਡੀ ਸਿਸਟਮ ਹੈ, ਉਹਨੂੰ ਅਸਤ ਵਿਅਸਤ ਕਰਨਾ, ਉਹਨੂੰ ਡਿਸਰਪਟ ਕਰਨਾ ਔਰ ਪੰਜਾਬ ਦੇ ਵਿੱਚ ਇੱਕ ਡਿਵੀਜ਼ਨ ਪੈਦਾ ਕਰਨਾ ਵੀ ਕਿਸਾਨ ਵੀਰ ਸਭ ਸਮਝਦੇ ਹੋ, ਉਹ ਆੜ੍ਹਤੀਆਂ ਦੇ ਖਿਲਾਫ ਖੜੇ ਹੋ ਜਾਣ, ਆੜ੍ਹਤੀ ਉਹਨਾਂ ਦੇ ਖਿਲਾਫ ਖੜੇ ਹੋ ਜਾਣ ਔਰ ਦੋਨੋਂ ਪੁੱਛ ਕੇ ਪੰਜਾਬ ਸਰਕਾਰ ਨੂੰ ਖੜ ਕੇ ਸਵਾਲ ਕਰਨ ਵੀ ਤੁਹਾਤੋਂ ਸਰਕਾਰ ਨਹੀਂ ਚੱਲਦੀ, ਤੁਹਾਤੋਂ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ। ਇਹ ਡਿਵੀਜ਼ਨ ਜਿਹੜੇ ਗੋਰੇ ਪੈਦਾ ਕਰਦੇ ਹੁੰਦੇ ਸੀਗੇ, ਇਹ ਡਿਵੀਜ਼ਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਂ 4 ਪੁਆਇੰਟ ਦੱਸੂਗਾ ਔਰ ਇਹਨਾਂ ਦਾ ਝੂਠ ਦਾ ਪਰਦਾਫਾਸ਼ ਹੋ ਜੂ ਪੂਰੀ ਤਰ੍ਹਾਂ। ਮੈਂ ਪਹਿਲਾਂ ਵੀ ਜਦੋਂ ਵੀ ਗੱਲ ਕੀਤੀ ਹੈ ਤਰਕ ਤੇ ਕੀਤੀ ਹੈ ਔਰ ਸਰੇਆਮ ਕਹਿ ਕੇ ਕੀਤੀ ਹੈ ਵੀ ਕਿਤੇ ਵੀ ਕੋਈ ਵੀ ਸੈਂਟਰ ਸਰਕਾਰ ਦਾ ਬੰਦਾ ਆ ਕੇ ਦਿੰਦਾ ਪਹਿਲੇ
ਕਿਸੇ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ। ਹੁਣ ਗੋਇਲ ਸਾਹਿਬ ਨੇ ਬੜਾ ਕੈਟੇਗੋਰਿਕਲੀ ਡਾਇਰੈਕਟ ਪੇਮੈਂਟ ਦੀ ਗੱਲ ਕੀਤੀ ਹੈ, ਔਰ ਜੇ ਤੁਸੀਂ ਦੇਖੋ ਡਾਇਰੈਕਟ ਪੇਮੈਂਟ ਵੀ ਹਰੇਕ ਬੰਦੇ ਦੀ ਤਨਖਾਹ ਉਹਦੇ ਖਾਤੇ 'ਚ ਪੈਂਦੀ ਹੈ। ਇਹ ਤਾਂ ਬੜੀ ਵਧੀਆ ਗੱਲ ਹੈ, ਗੱਲ ਸੁਣਨ 'ਚ ਬੜੀ ਚੰਗੀ ਲੱਗਦੀ ਹੈ, ਪਾਲਿਸੀ ਲਿਖਣ ਦੇ ਵਿੱਚ ਬੜੀ ਚੰਗੀ ਲੱਗਦੀ ਹੈ, ਬੜੀ ਸੁਹਾਉਂਦੀ ਹੈ। ਪਰ ਮੈਂ ਕਹਿੰਦਾ ਛਾਤੀ ਠੋਕ ਕੇ ਕਿ ਸ਼ੁਰਲੀ ਹੈ, ਇਹਦਾ ਮਨਸੂਬਾ ਕੁਛ ਹੋਰ ਹੈ। ਗੋਇਲ ਸਾਹਿਬ ਇਹ ਤਰਕ ਦਿੰਦੇ ਆ ਕਿ ਜੀ ਪੰਜਾਬ ਦਾ ਜਿਹੜਾ ਰੈਵਨਿਊ ਡਿਪਾਰਟਮੈਂਟ ਆ ਉਹਨੂੰ ਲੈਂਡ ਰਿਕਾਰਡਾਂ ਦੇ ਬਾਰੇ ਸਾਰਾ ਕੁਝ ਪਤਾ ਹੈ ਔਰ ਸਭ ਕੁਝ ਜਾਣੂ ਹੈ, ਓਨਰਸ਼ਿਪ ਹੋਲਡਿੰਗਸ ਦੇ ਬਾਰੇ। ਪਰ ਮੈਂ ਸੈਂਟਰ ਸਰਕਾਰ ਦਾ ਆਪਦਾ ਹੀ ਤੀਰ ਇਹਨਾਂ ਦੇ ਵੱਲ ਕਰਦਾ, ਮੈਂ ਮੋੜ ਦਿੰਦਾ ਉਹਨੂੰ ਇਹਨਾਂ ਵੱਲ। ਨੈਸ਼ਨਲ ਸੈਂਪਲ ਸਰਵੇ 2012-13 ਦਾ, ਇਹ ਮੇਰਾ ਨਹੀਂ ਹੈ, ਇਹ ਨੈਸ਼ਨਲ ਸੈਂਪਲ ਸਰਵੇ ਹੈ। ਉਹ ਕਹਿੰਦਾ ਵੀ 24% ਖੇਤੀ ਜਿਹੜੀ ਹੁੰਦੀ ਉਹ ਠੇਕੇ ਤੇ ਹੁੰਦੀ ਹੈ। ਮੈਂ ਉਹਦੇ ਐਡੀਸ਼ਨ ਕਰਨ ਲੱਗਿਆ, 24% ਖੇਤੀ ਠੇਕੇ ਤੇ ਹੁੰਦੀ ਹੈ, ਮੈਂ ਉਹਦੇ ਤੇ ਐਡੀਸ਼ਨ ਕਰਨ ਲੱਗਿਆ। ਉਹ ਖੇਤੀ ਓਰਲ ਕੰਟਰੈਕਟਸ ਤੇ ਹੁੰਦੀ ਹੈ, ਕਿਸੇ ਰਿਟਨ ਕੰਟਰੈਕਟ ਤੇ ਨਹੀਂ ਹੁੰਦੀ, ਅਨਰਿਟਨ ਹੈ, ਉਹ ਓਰਲ ਹੈ, ਜ਼ਬਾਨੀ ਹੈ। ਆ ਪਿੰਡ ਮਾਨ ਵਾਲੇ ਆ ਬੈਠਾ ਮੇਰਾ ਤਾਏ ਦਾ ਮੁੰਡਾ, ਇਹਨੂੰ ਪੁੱਛੋ 2 ਏਕੜ ਕਿਤੇ ਦਿੱਤੀ ਹੋਈ ਹੈ, 3 ਏਕੜ ਕਿਤੇ ਦਿੱਤੀ ਹੋਈ ਹੈ, ਜ਼ਬਾਨ ਤੇ ਦਿੱਤੀ ਹੈ ਜਾਂ ਲਿਖਤ ਤੇ ਦਿੱਤੀ। ਹੁਣ ਤੁਸੀਂ ਮੈਨੂੰ ਦੱਸੋ ਕਿ ਗੋਇਲ ਸਾਹਿਬ ਕਹਿੰਦੇ ਵੀ ਸਾਰੇ ਲੈਂਡ ਰਿਕਾਰਡ ਹੈਗੇ ਨੇ, ਉਹਨਾਂ ਕੋਲ ਲੈਂਡ ਰਿਕਾਰਡ ਜਿਹੜੇ ਨੇ ਓਨਰਸ਼ਿਪ ਦੇ ਹੈਗੇ ਨੇ, ਉਹ ਇਹ ਜਾਣਦੇ ਨੇ ਕਿ ਜੀ ਆ ਫਲਾਣੇ ਬੰਦੇ ਦੀ ਫਲਾਨੀ ਮਾਲਕੀਅਤ ਹੈ, ਪਰ ਉਹਨਾਂ ਦੇ ਕੋਲ ਠੇਕੇ ਵਾਲਾ ਕੋਈ ਰਿਕਾਰਡ ਨਹੀਂ। ਔਰ ਮੈਂ ਤੁਹਾਨੂੰ ਚੈਲੰਜ ਨਾਲ ਕਹਿਣਾ, ਜੋ ਗੋਇਲ ਸਾਹਿਬ ਕਹਿ ਰਹੇ ਆ, ਤੁਸੀਂ ਆ ਵਿਸਾਖੀ ਦੇ ਉੱਤੇ ਇਹਨਾਂ ਦੀ ਚਿੱਠੀ ਇਨ ਬਿਨ ਲਾਗੂ ਕਰ ਦਿਓ, ਇਨ ਬਿਨ ਲਾਗੂ ਕਰ ਦਿਓ, ਤੇ ਮੈਂ ਤੁਹਾਨੂੰ ਕਹਿੰਦਾ ਕਿ 25 ਤੋਂ 30% ਪੰਜਾਬੀਆਂ ਨੂੰ ਕੋਈ ਪੇਮੈਂਟ ਨਹੀਂ ਮਿਲਦੀ, ਕੋਈ ਪੇਮੈਂਟ। ਉਹ ਖੜਾ ਹੋ ਮੰਡੀ 'ਚ ਕਣਕ ਲੈ ਕੇ, ਪਰ ਉਹਨੂੰ ਪੇਮੈਂਟ ਮਿਲਣ ਦੀ ਕੋਈ ਉਮੀਦ ਨਹੀਂ ਹੋਊ। ਪਰ ਇਹ ਕਿਹੜਾ ਕਿਸਾਨ ਹੈ? ਮੈਂ ਛਾਤੀ ਠੋਕ ਕੇ ਕਹਿੰਦਾ, ਡੰਗੇ ਦੀ ਚੋਟ ਤੇ ਕਹਿੰਦਾ, ਕਿਹੜਾ ਕਿਸਾਨ ਹੈ? ਇਹ 2 ਏਕੜ ਆ, ਫਿਰ ਲੈਂਡ ਹੋਲਡਿੰਗਸ ਛੋਟੀਆਂ ਹੋ ਗਈਆਂ। ਤੁਸੀਂ ਦੇਖੋ ਸਾਡੀ ਜਵਾਨੀ ਬਾਹਰ ਜਾਈ ਜਾਂਦੀ ਹੈ, ਜੱਟਾਂ ਦੇ ਜਿੰਨੇ ਪੁੱਤ ਹੁੰਦੇ ਉਨੀ ਜ਼ਮੀਨ ਵੰਡੀ ਜਾਂਦੀ ਹੈ, ਉਨਾ ਹੀ ਠੇਕਾ ਵਧੀ ਜਾਂਦਾ। ਇਹ ਸਾਰੇ ਉਹ ਨੇ ਜਿਹੜੇ ਕਤਾਰ ਦੇ ਵਿੱਚ ਅਖੀਰ 'ਚ ਖੜੇ ਨੇ, ਛੋਟੇ ਫਾਰਮਰ ਨੇ। ਇਹ 30% ਵਾਂਝੇ ਰਹਿ ਜਾਣਗੇ, ਮੈਂ ਡੰਕੇ ਦੀ ਚੋਟ ਤੇ ਕਹਿਣਾ। ਦੂਜੀ ਗੱਲ, ਮੇਰਾ ਦੂਜਾ ਪੁਆਇੰਟ, ਛੋਟੀ ਪ੍ਰੈਸ ਕਾਨਫਰੰਸ ਪਰ ਮੈਂ ਤਾਰ ਕਰ ਦੂੰ, ਜ਼ਾਰ ਕਰ ਦੂੰ। ਮੇਰਾ ਦੂਜਾ ਪੁਆਇੰਟ, ਭਾਈ ਇਹ ਛੋਟਾ ਕਿਸਾਨ ਜ਼ਮੀਨ ਠੇਕੇ ਤੇ ਲੈਣ ਤੋਂ ਪਹਿਲਾਂ ਪੈਸੇ ਕਿੱਥੋਂ ਲੈਂਦਾ? ਉਹਦੇ ਕੋਲ ਹੈ ਨਹੀਂ। ਜੇ ਉਹਨੇ 4 ਏਕੜ ਤੇ ਕਲਟੀਵੇਸ਼ਨ ਕਰਨੀ ਹੈ, 2 ਏਕੜ ਤੇ ਕਰਨੀ ਹੈ, 1.5 ਏਕੜ ਤੇ ਕਰਨੀ ਹੈ, 5 ਏਕੜ ਤੇ ਕਰਨੀ ਹੈ, ਉਹ ਆਪ ਕਿਉਂ ਪੈਂਦਾ? ਉਹ ਕਹਿੰਦਾ ਲਿਆ ਯਾਰ 2 ਲੱਖ ਦੇ ਦੇ, ਮੈਨੂੰ ਲੱਖ ਦੇ ਦੇ। ਕਿਉਂ? ਉਹਨੇ ਬੀਜ ਖਰੀਦਣਾ, ਉਹਨੇ ਠੇਕਾ ਦੇਣਾ, ਠੇਕਾ ਨਹੀਂ ਦੇਣਾ, ਉਹਨੇ ਠੇਕਾ ਦੇਣਾ, ਉਹਨੇ ਪੈਸਟੀਸਾਈਡ ਖਰੀਦਣੀ ਹੈ, ਖਰੀਦਣੀ ਕਿ ਨਹੀਂ ਖਰੀਦਣੀ? ਇਹ ਸਾਰਾ ਕੁਝ ਉਹਨੇ ਖਰੀਦਣਾ। ਫਿਰ ਉਹਦੀ ਕਾਸਟ ਆਫ ਪ੍ਰੋਡਕਸ਼ਨ ਉਹ ਪਹਿਲਾਂ ਹੀ ਆੜਤੀਏ ਤੋਂ ਲੈਂਦਾ, ਆੜਤੀਆ ਕਾਸਟ ਬੀਅਰ ਕਰਦਾ। ਇਹ ਐਂਟਵਾਈਨਡ ਸਿਸਟਮ ਹੈ, ਕੋਈ ਇਹ ਥੋੜਾ ਨਾ ਵੀ ਤੁਸੀਂ ਆਪਣਾ ਤੁਗਲਕੀ ਫਰਮਾਨ ਜਾਰੀ ਕਰੋਗੇ ਤੇ ਸਿਸਟਮ ਜ਼ਾਰ ਕਰ ਦਿਓਗੇ। ਇਹ ਤੇ ਉਦੋਂ ਦਾ ਚੱਲੀ ਆਉਂਦਾ, ਤੁਸੀਂ ਦੇਖ ਲਓ ਕਿੰਨੀ ਦੇਰ ਦਾ ਚੱਲੀ ਆਉਂਦਾ। ਇਹ ਭੁਲੇਖਾ ਹੈ। ਕਈ ਲੋਕ ਕਹਿੰਦੇ ਨੇ ਜੀ ਕਿ ਆੜਤੀਆ ਜਿਹੜਾ ਸਰਵਿਸ ਪ੍ਰੋਵਾਈਡ ਕਰਦਾ ਨਾ, ਮੈਨੂੰ ਲੱਗਦਾ ਕਣਕ ਸੁਕਾਉਣ ਦੀ ਸਰਵਿਸ ਪ੍ਰੋਵਾਈਡ, ਬਿਲਕੁਲ ਨਹੀਂ, ਝੂਠ ਹੈ। ਜਿਹਨੇ ਖੇਤੀ ਕੀਤੀ ਹੈ, ਜਿਹੜਾ ਖੇਤਾਂ 'ਚ ਰੁਲਿਆ, ਮਿੱਟੀ ਨਾਲ ਮਿੱਟੀ ਹੋਏਗੀ ਨਾ, ਭਿੰਡੀਆਂ ਨੂੰ ਮੋਢੇ ਲਾਇਆ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ, ਸਮਝ ਨਹੀਂ, ਉਹ ਜਾਣਦੇ ਆ ਵੀ ਇਹ ਸਿਸਟਮ ਕਿਵੇਂ ਚੱਲਦਾ। ਇਹ ਸਿਸਟਮ ਜਿਹੜਾ ਇਕਨੋਮਿਕ ਸਿਸਟਮ ਐਗਰੀਕਲਚਰ ਦਾ ਹੈ, ਦੇਖੋ ਐਗਰੀਕਲਚਰ ਦੀ ਰੀੜ ਦੀ ਹੱਡੀ ਕਿਸਾਨ, ਸਾਡੀ ਪਛਾਣ ਕਿਸਾਨ, ਜਗਦੀ ਜਾਨ ਕਿਸਾਨ। ਲੇਕਿਨ ਇਹ ਜਿਹੜੀ ਐਗਰੀਕਲਚਰ ਇਕਨੋਮੀ ਹੈ,
ਇਹਦੀ ਰੀੜ ਦੀ ਹੱਡੀ ਆਰਤੀ ਹੈ, ਕੋਈ ਕਰ ਲੈ ਬੈਸ ਮੇਰੇ ਨਾਲ। ਤੁਸੀਂ ਕਰ ਦਿਓ 1 ਮਿੰਟ ਦੇ ਵਿੱਚ, ਦੇਖੋ ਤੁਸੀਂ ਨਾਲ ਦੀ ਨਾਲ ਉਹ ਖੜੇ ਆ। ਤੇ ਜਿਹੜੀ ਫਸਲ ਵੀ ਚੁੱਕਦੀ ਹੈ ਪੰਜਾਬ ਸਰਕਾਰ, ਉਹ ਤੁਹਾਨੂੰ ਲੱਗਦਾ ਕਿ ਉਹ ਆਪ ਹੀ ਚੁੱਕ ਲੈਂਦੇ? FCI ਚੁੱਕਦੀ ਹੈ, ਸਾਰੇ ਆੜਤੀਆਂ ਨੂੰ ਕਿਹਾ ਜਾਂਦਾ। ਗੱਡੀਆਂ ਉਹ ਲਿਆਉਂਦੇ ਆ, ਟੋਚਨ ਉਹ ਪਾਉਂਦੇ ਆ, ਸਮਾਨ ਉਹ ਪਹੁੰਚਾਉਂਦੇ ਆ। ਕੌਣ ਕਹਿੰਦਾ ਭਾਈ ਵੀ ਜਿਹੜਾ ਆੜਤੀ ਹੈ ਉਹ ਇਹਦਾ ਹਿੱਸਾ ਨਹੀਂ ਹੈ? ਹੀ ਇਜ਼ ਨਾਟ ਐਂਟਵਾਈਨਡ ਵਿਦ ਦ ਸਿਸਟਮ। ਹਾਂਜੀ, ਮੈਨੂੰ ਕੋਈ ਸਮਝਾ ਦੇ। ਫਿਰ ਤੁਸੀਂ ਕਹਿੰਦੇ ਹੋ ਈਜ਼ ਆਫ ਡੂਇੰਗ ਬਿਜ਼ਨਸ। ਈਜ਼ ਆਫ ਡੂਇੰਗ ਬਿਜ਼ਨਸ ਤੇ ਇਹੀ ਹੈ ਵੀ ਗੁੱਡ ਫੇਥ ਤੇ ਕੰਮ ਚੱਲ ਰਿਹਾ। ਆੜਤੀ ਨਾਲ ਗੁੱਡ ਫੇਥ ਤੇ ਕੰਮ ਚੱਲ ਰਿਹਾ, ਜ਼ਬਾਨ ਦੇ ਨਾਲ ਕੰਮ ਚੱਲ ਰਿਹਾ। ਤੁਸੀਂ ਤਾਂ ਕਹਿੰਦੇ ਹੋ ਨਾ ਈਜ਼ ਆਫ ਇਟ। ਲਾ ਮੈਂ ਤੁਹਾਨੂੰ ਗਰੰਟੀ ਦਿੰਦਾ, ਤੁਸੀਂ ਕੋਈ ਕਾਗਜ਼ ਪੇਸ਼ ਕਰੋ, ਕਿਸੇ ਨੇ 6 ਮਹੀਨੇ ਦਾ ਕੰਟਰੈਕਟ ਕੀਤਾ, ਕਹਿੰਦੇ ਤੁਸੀਂ ਜਾ ਕੇ ਤਹਿਸੀਲਦਾਰ ਕੋਲ ਖੜਾ ਦਿਓਗੇ, ਤੁਸੀਂ ਜਾ ਕੇ ਪਟਵਾਰੀਆਂ ਦੇ ਕੋਲ ਖੜਾ ਦਿਓਗੇ, ਰਜਿਸਟਰੀ ਜਿੰਨਾ ਕੰਮ ਕਰਾਉਣਾ ਪਊ। ਕਿੰਨੇ ਕਰ ਦੇਣਗੇ ਮੈਨੂੰ ਦਿਖਾ ਦੇ। ਕਹਿੰਦੇ ਹਰਿਆਣਾ ਕਰ ਦੂ। ਮੈਂ ਦੇਖੂ 6 ਮਹੀਨਿਆਂ ਬਾਅਦ, ਸਾਲ ਬਾਅਦ ਰੌਲਾ ਕੇ ਤਾਂ ਪਤਾ ਹੈਲੀਕਾਪਟਰ ਨਹੀਂ ਉਤਰਨ ਦਿੰਦੇ। ਪਤੰਦਰਾਂ ਨੇ ਪੰਗਾ ਪਾਇਆ, 30% ਸਾਂਭ ਕੇ ਦਿਖਾਉਣਗੇ ਜਾਟਾਂ ਨੂੰ। ਇਕੱਠੇ ਨੇ ਹੁਣ ਪੰਜਾਬ ਵਾਲਿਆਂ ਨਾਲ। ਕਰ ਦੂ। ਅਗਰ ਇਹ ਹੋ ਗਿਆ, ਅਗਰ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ, ਮੈਨੂੰ ਚਾਚਾ ਨਾ ਕਹਿੰਦਾ ਕਰਕੇ ਵਿਖਾਓ, 2 ਸਾਲਾਂ ਹੀ ਦੇਖਾਂ, ਮੈਂ ਦੇਖੂਗਾ ਵੀ ਇਹ ਕਿੰਨਾ ਹੁੰਦਾ। ਇਹ ਸਾਡਾ ਜਿਹੜਾ ਸਿਸਟਮ ਹੈ, ਇਹ ਜਿਹੜੀ ਕਾਗਜ਼ੀ ਕਾਰਵਾਈ ਹੈ ਇਹਦੇ ਚ ਨਹੀਂ ਹੈ। ਮੈਂ ਹੁਣ ਇਹ ਕਹਿੰਦੇ ਜੀ ਇਹ ਡਾਇਰੈਕਟ ਪੇਮੈਂਟ ਜਿਹੜੀ ਹੈ ਇਹਨੂੰ ਕੋਈ ਕਿੰਤੂ ਪਰੰਤੂ ਨਹੀਂ ਹੈ। ਇਹ ਤਾਂ ਸਾਰੇ ਕਹਿਣਗੇ। ਮੈਂ ਤੁਹਾਨੂੰ 3 ਡਾਇਰੈਕਟ ਪੇਮੈਂਟਾਂ ਜਿਹੜੀਆਂ ਸਰਕਾਰ ਕਰ ਰਹੀ ਹੈ ਨਾ, ਮੈਂ ਤੁਹਾਨੂੰ 3 ਦਾ ਐਗਜ਼ਾਮਪਲ ਦਿੰਦਾ। ਸਭ ਤੋਂ ਪਹਿਲਾਂ 7-8 ਮਹੀਨਿਆਂ ਪਹਿਲਾਂ ਜਦੋਂ ਸਾਰੇ ਸੁੱਤੇ ਪਏ ਸੀ, ਜਦੋਂ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਵੈਬਸਾਈਟ ਤੇ ਚੜਿਆ ਸੀਗਾ ਗਵਰਨਮੈਂਟ ਆਫ ਇੰਡੀਆ ਦੀ, ਮੈਂ ਉਦੋਂ 7 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਕਿਹਾ ਸੀਗਾ ਇੱਕ ਹੋਰ ਸਾਜ਼ਿਸ਼ ਆ ਰਹੀ ਹੈ। ਉਹ ਅਮਲੀਜਾਮਾ ਚਾਹਤਾ। ਹੁਣ ਕਹਿੰਦੇ ਜੀ ਪੁੱਛ ਕੇ ਕਰਾਂਗੇ। ਇਹ ਪੁੱਛਿਆ ਸੀ ਤੁਸੀਂ? ਜਿਹੜੇ 3 ਕਰੋੜ ਕਾਲੇ ਕਾਨੂੰਨ ਲਿਆਏ ਸੀਗੇ, ਕਿਸਾਨ ਨੂੰ ਪੁੱਛਿਆ ਤੁਸੀਂ? ਕਿਸਾਨ ਨੂੰ ਭਾਗੀਦਾਰ ਜਿਹਦੇ ਫਾਇਦੇ ਲਈ ਤੁਸੀਂ ਕਰ ਰਹੇ, ਜਦੋਂ ਉਹਨੂੰ ਨਹੀਂ ਪੁੱਛਦੇ ਫਿਰ ਦਾ ਕੀ ਉਹ ਹੈ? ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਡਾਇਰੈਕਟ ਪੇਮੈਂਟ ਪਾਉਂਦਾ ਕਿਸਾਨ ਦੇ ਉਸ ਚ, ਲੇਕਿਨ ਸਵਾਲ ਦੋਨਾਂ ਥਾਵਾਂ ਤੇ ਇਹੀ ਹੈ ਕਿ ਉਹ ਪਹੁੰਚੂ। ਜਦੋਂ ਤੁਸੀਂ ਕਹੋਗੇ ਪੰਜਾਬ ਸਰਕਾਰ ਨੂੰ ਵੀ ਡਾਇਰੈਕਟ ਪੇਮੈਂਟ ਪਾ ਦੇਗੀ ਕਿਸਾਨ ਦੇ ਖਾਤੇ 'ਚ, ਸਬਸਿਡੀ ਪੰਜਾਬ ਸਰਕਾਰ ਕੋਲ 12,000 ਕਰੋੜ ਰੁਪਇਆ ਹੈ ਵੀ ਕਿਸਾਨ ਦੇ ਖਾਤੇ 'ਚ ਪਾ ਦੂਗੀ ਫ੍ਰੀ ਬਿਜਲੀ ਦੀ, ਉਸੇ ਵੇਲੇ ਖਤਮ ਹੋ ਜੂ 10-12,000 ਕਰੋੜ ਦੀ ਸਬਸਿਡੀ, ਉਸੇ ਵੇਲੇ ਖਤਮ। ਦੂਜੀ ਚੀਜ਼ ਬੜੇ ਧਿਆਨ ਨਾਲ ਸੁਣਿਓ, ਇਹ ਛੜਯੰਤਰ ਬਹੁਤ ਵੱਡਾ ਹੈ। ਦੂਜੀ ਚੀਜ਼ ਸਾਰੀ ਦੀ ਸਾਰੀ ਸਟੋਰੇਜ ਦੇਤੀ ਅਡਾਨੀ ਨੂੰ, ਸਾਰੀ ਦੀ ਸਾਰੀ ਰਿਟੇਲ ਦੇਤੀ ਅੰਬਾਨੀ ਨੂੰ, ਠੀਕ ਹੈ। ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਤਾਂ ਪੀਡੀਐਸ ਸਿਸਟਮ ਖਤਮ ਕਰਾਂਗੇ। ਪੀਡੀਐਸ ਸਿਸਟਮ ਖਤਮ ਕਰਾਂਗੇ, ਜਿਹੜਾ ਗਰੀਬ ਨੂੰ 3 ਰੁਪਏ ਚੌਲ, 1 ਰੁਪਏ ਚੌਲ, ਅਸੀਂ ਹੁਣ ਗਰੀਬ ਨੂੰ ਉਹਦੇ ਖਾਤੇ 'ਚ ਪਾਵਾਂਗੇ ਪੈਸੇ, ਉਹਦੇ ਖਾਤੇ 'ਚ ਪਾਵਾਂਗੇ। ਬਹੁਤ ਚੰਗੀ ਗੱਲ ਹੈ ਜੀ, ਲੋਕ ਕਹਿਣਗੇ ਬੜੀ ਵਧੀਆ ਗੱਲ ਹੈ ਜੀ, ਖਾਤੇ 'ਚ ਪਾਓਗੇ। ਪਰ ਤੁਸੀਂ ਮੈਨੂੰ ਇਹ ਦੱਸੋ, ਮੈਂ ਸਵਾਲ ਪੁੱਛਦਾ ਵੀ ਜਦੋਂ ਹੁਣ ਗਰੀਬ ਦੇ ਪੈਸੇ ਖਾਤੇ 'ਚ ਆ ਗਏ, ਉਹ ਮਾਰਕੀਟ ਰੇਟ ਤੇ ਖਰੀਦੂਗਾ ਜਾਂ 3 ਰੁਪਏ ਕਿਲੋ ਖਰੀਦੂਗਾ? ਦਿਖਾਓ, ਦੱਸ ਦਿਓ। ਇਹ ਦੇਖੋ ਕਿ ਗਰੀਬ ਦੇ ਖਾਤੇ 'ਚ ਪੈਸੇ ਪਾਤੇ, ਉਹਦੇ ਗਰੀਬ ਦੇ ਖਾਤੇ 'ਚ ਆ ਗਏ ਪੈਸੇ, ਪਰ ਉਹ ਖਰੀਦੂਗਾ ਜਾ ਕੇ ਅੰਬਾਨੀ ਦੀ ਰਿਟੇਲ ਤੋਂ ਔਰ ਮਾਰਕੀਟ ਰੇਟ ਦੇ ਉੱਤੇ। ਤੀਜੀ ਡਾਇਰੈਕਟ ਪੇਮੈਂਟ ਆ, ਤੀਜੀ ਡਾਇਰੈਕਟ ਪੇਮੈਂਟ ਆ ਜਿਹਦੀ ਤੁਸੀਂ 30% ਲੋਕਾਂ ਨੂੰ ਵਾਂਝਾ ਕਰ ਦਿਓਗੇ ਪੇਮੈਂਟ ਤੋਂ, ਐ ਖੜਾ ਕਰ ਦਿਓ ਜਿਵੇਂ ਸੜਕ ਦੇ ਉੱਤੇ ਖੜੇ ਕੀਤੇ ਹੁੰਦੇ। ਕੋਈ ਰਿਕਾਰਡ ਨਹੀਂ ਲਿਆ ਸਕਦਾ ਉਹਨੂੰ ਪਟਵਾਰੀਆਂ ਦੇ ਕੋਲ, ਉਹਨੂੰ ਫਲਾਨੀ ਥਾਂ ਦੇ ਉੱਤੇ ਜਾ ਕੇ ਖੜਾ। ਪਟਿਆਲਾ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪਿਊਸ਼ ਗੋਇਲ ਦੀਆਂ ਕਾਰਵਾਈਆਂ ਪੰਜਾਬ ਖਿਲਾਫ ਵੱਡੀ ਸਾਜ਼ਿਸ਼ ਦਾ ਹਿੱਸਾ ਨੇ ਅਤੇ ਇਸੇ ਤਹਿਤ ਕੇਂਦਰ ਵੱਲੋਂ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਚਿੱਠੀ ਨੂੰ ਝੂਠਾਂ ਦਾ ਪੁਲੰਦਾ ਵੀ ਕਿਹਾ ਹੈ। ਸਿੱਧੂ ਦਾ ਇਲਜ਼ਾਮ ਹੈ ਕਿ ਕੇਂਦਰ ਵੱਲੋਂ ਲਿਖੀ ਚਿੱਠੀ ਵਿੱਚ ਇਹ ਲਿਖਿਆ ਗਿਆ ਹੈ ਕਿ ਪੰਜਾਬ ਦੇ ਲੈਂਡ ਰਿਕਾਰਡ ਵਿਭਾਗ ਕੋਲ ਸਾਰੀਆਂ ਜ਼ਮੀਨਾਂ ਦੇ ਰਿਕਾਰਡ ਨੇ, ਜਦਕਿ ਇਹ ਬਿਲਕੁਲ ਝੂਠ ਹੈ ਅਤੇ ਇਸੇ ਕਾਰਨ ਕਿਸਾਨਾਂ ਨੂੰ MSP ਦੇ ਸਿੱਧੇ ਆਨਲਾਈਨ ਭੁਗਤਾਨ ਦਾ ਕੋਈ ਵੀ ਫਾਇਦਾ ਨਹੀਂ ਹੋਵੇਗਾ।
ਤੀਜੀ ਚੀਜ਼ ਜਿਹਦਾ ਕਿ ਸਭ ਤੋਂ ਵੱਡਾ ਪੈਰਾਡੌਕਸ, ਜਿਹੜਾ ਕਿ ਤੁਹਾਡੇ ਜਿਹੜਾ ਤੁਸੀਂ ਕਹਿੰਦੇ ਹੋ ਨਾ ਵਨ ਨੇਸ਼ਨ ਵਨ ਮਾਰਕੀਟ, ਬੱਖੀਆਂ ਢੇੜ ਦੋ। ਵਨ ਨੇਸ਼ਨ ਵਨ ਮਾਰਕੀਟ ਜਿਹੜੀ ਤੁਸੀਂ ਕਹਿੰਦੇ ਹੋ, ਇਹ ਤੋਂ ਵੱਡਾ ਝੂਠ ਹੈ ਹੀ ਕੋਈ ਨਹੀਂ। ਤੁਸੀਂ ਵਨ ਨੇਸ਼ਨ ਟੂ ਮਾਰਕੀਟਸ ਕ੍ਰੀਏਟ ਕਰ ਰਹੇ ਹੋ। ਪੁੱਛੋ ਕਿਦਾਂ? ਵਨ ਨੇਸ਼ਨ ਟੂ ਮਾਰਕੀਟਸ ਤੁਸੀਂ ਕ੍ਰੀਏਟ ਕਰ ਰਹੇ ਹੋ। ਮੈਂ ਤੁਹਾਨੂੰ ਗਾਰੰਟੀ ਦੇ ਕੇ ਕਹਿਣਾ, ਜਿਹੜਾ ਤੇ ਜਾ ਕੇ ਸਰਕਾਰੀ ਮੰਡੀ ਦੇ ਵਿੱਚ ਜਾ ਕੇ ਖਰੀਦੂਗਾ, ਉਹਦੇ ਲੈਂਡ ਰਿਕਾਰਡ ਵੀ ਦੇਵੇ, ਉਹਦੇ ਖਾਤਿਆਂ ਦੇ ਵਿੱਚ ਪੇਮੈਂਟ ਪਊ, ਉਹ ਜਾ ਕੇ ਪਟਵਾਰੀਆਂ ਕੋ ਖੜੇ, ਉਹ ਜਾ ਕੇ ਤਹਿਸੀਲਦਾਰਾਂ ਕੋ ਖੜੇ, ਤੇ ਜਿਹੜਾ ਪ੍ਰਾਈਵੇਟ ਸਬਜ਼ੀ ਮੰਡੀ 'ਚ ਜਾ ਕੇ ਵੇਚੂ, ਜਿਹੜਾ ਪ੍ਰਾਈਵੇਟ ਅੰਬਾਨੀ ਤੇ ਅਡਾਨੀ ਨੂੰ ਜਾ ਕੇ ਕਣਕ ਦਊ, ਜੀਰੀ ਦਊ, ਜਿਹੜਾ ਜਾ ਕੇ ਆੜ੍ਹਤੀਏ ਨੂੰ ਪ੍ਰਾਈਵੇਟ ਮੰਡੀ ਦੇ ਵਿੱਚ ਜੀਰੀ ਦਊ, ਉਹਨੂੰ ਕੋਈ ਲੋੜ ਨਹੀਂ ਹੈ। ਉਹਨੂੰ ਕੋਈ ਲੋੜ ਨਹੀਂ ਹੈ। ਉਹਨੂੰ ਨਾ ਕਾਗਜ਼ ਦਿਖਾਉਣ ਦੀ ਲੋੜ ਹੈ। ਉਹਨੂੰ ਭਾਵੇਂ ਆਨਲਾਈਨ ਪੇਮੈਂਟ ਕਰ ਦਿਓ, ਉਹਨੂੰ ਭਾਵੇਂ ਜਿਵੇਂ ਮਰਜ਼ੀ ਕੈਸ਼ 'ਚ ਪੇਮੈਂਟ ਕਰ ਦਿਓ। ਕਿ ਤੁਹਾਡੇ ਪਿਓ ਦਾ ਰਾਜ ਹੈ ਵੀ ਇੱਕ ਕਾਨੂੰਨ ਤੁਸੀਂ ਦੋ ਤਰੀਕੇ ਨਾਲ ਦੋ ਬੰਦਿਆਂ ਤੇ ਲਾਓਗੇ। ਇਹਦਾ ਮਤਲਬ ਯੂ ਆਰ ਪ੍ਰਮੋਟਿੰਗ ਪ੍ਰਾਈਵੇਟ ਮੰਡੀਜ਼, ਯੂ ਆਰ ਪ੍ਰਮੋਟਿੰਗ ਅੰਬਾਨੀਜ਼ ਐਂਡ ਅਡਾਨੀਜ਼, ਯੂ ਆਰ ਪ੍ਰਮੋਟਿੰਗ them। ਇਹ ਕਲੀਅਰ, ਇਹ ਸਾਫ਼। ਨਹੀਂ ਤਾਂ ਤੁਸੀਂ ਵਿਊ ਉੱਥੇ ਕਿਉਂ ਨਹੀਂ ਲਾਏ? ਜਦੋਂ ਕੋਈ ਬੰਦਾ ਪ੍ਰਾਈਵੇਟ ਮੰਡੀ 'ਚ ਸਬਜ਼ੀ ਵੇਚਣ ਜਾਂਦਾ, ਨਹੀਂ ਤੁਹਾਨੂੰ ਟੈਕਸ ਲਾਦਾ, ਅਗਰ ਮੈਂ ਯਾਰ ਜਾ ਕੇ ਪ੍ਰਾਈਵੇਟ ਮੰਡੀ ਵਿੱਚ ਉਹ ਕਾਗਜ਼ ਦਿੰਦਾ, ਜਾਂ ਤਾਂ ਤੁਸੀਂ ਉਹਨੂੰ ਵੀ ਲਿਖਦੇ, ਉਹ ਕਾਗਜ਼ ਦਿੰਦਾ। ਜਦੋਂ ਕੋਈ ਬੰਦਾ ਅੰਬਾਨੀ ਅਡਾਨੀ ਨੂੰ ਦੇਣ ਜਾਊਗਾ, ਉਹ ਕਾਗਜ਼ ਦਿੰਦਾ, ਉਹਨੂੰ ਤੁਸੀਂ ਆਨਲਾਈਨ ਪੇਮੈਂਟ ਕਰਦੇ ਹੋ। ਇਹ ਕਿੱਥੋਂ ਇਨਸਾਫ ਹੈ ਮਹਾਰਾਜ ਸੈਂਟਰ ਸਰਕਾਰ ਵਾਲਿਓ, ਵੀ ਤੁਸੀਂ ਇੱਕ ਕਾਨੂੰਨ ਦੋ ਬੰਦਿਆਂ ਲਈ ਅੱਡ ਅੱਡ ਲਾਗੂ ਕਰ ਰਹੇ ਹੋ? ਇਹ ਹੋਇਆ ਕਦੇ ਅੱਜ ਤੱਕ? ਕਿ ਜੀ ਤੇਰੇ ਲਈ ਕਾਨੂੰਨ ਅੱਡ ਹੈ, ਤੇਰੇ ਲਈ ਕਾਨੂੰਨ ਅੱਡ ਹੈ, ਤੇਰੇ ਲਈ ਕਾਨੂੰਨ ਅੱਡ ਹੈ। ਇਹ ਜਿਹਾ ਕਿਹੜਾ ਕਾਨੂੰਨ ਹੈ? ਮੈਨੂੰ ਦੱਸ ਦਿਓ, ਸੁਝਾ ਦਿਓ। It impinges on the spirit of the Constitution. No discrimination on the basis of caste, color and creed. ਇਹ ਸਾਡੀ ਕਨਸਟੀਟਿਊਸ਼ਨ, ਸਾਡੇ ਫੈਡਰਲ ਸਟਰਕਚਰ ਦੇ ਉੱਤੇ ਬਹੁਤ ਵੱਡੀ ਮਾਰ ਹੈ। ਤੁਸੀਂ ਬਾਂਹ ਮਰੋੜ ਨਹੀਂ ਚਾਹੁੰਦੇ ਹੋ ਸਾਡੀ। ਤੁਸੀਂ ਡਬਲ ਸਟੈਂਡਰਡ ਦਿਖਾਉਂਦੇ ਹੋ। ਤੁਸੀਂ ਡਿਸਪੈਰਿਟੀ, ਕਨਸਟੀਟਿਊਸ਼ਨ ਹੈ ਨਾ ਇਕੁਆਲਿਟੀ, ਕਿੱਥੇ ਦੀ ਇਕੁਆਲਿਟੀ ਹੈ? ਤੁਸੀਂ ਡਿਸਪੈਰਿਟੀ ਕਰ ਰਹੇ ਹੋ, ਸ਼ਰੇਆਮ ਡਿਸਪੈਰਿਟੀ ਕਰ ਰਹੇ ਹੋ। ਸੇਮ ਲਾਅ ਡਿਫਰੈਂਟ ਫॉर ਡਿਫਰੈਂਟ ਪੀਪਲ। ਇਸ ਕਰਕੇ ਮੈਂ ਕੋਰ ਨਿੰਦਾ ਕਰਦਾ, ਔਰ ਇਹਨੂੰ ਇੱਕ ਛੜਯੰਤਰ ਸਾਡੇ ਏਪੀਐਮਸੀ ਨੂੰ ਡਿਸਮੈਂਟਲ ਕਰਨ ਦਾ, ਇੱਕ ਐਸੀ ਸਿਚੁਏਸ਼ਨ ਕ੍ਰੀਏਟ ਕਰਨ ਦਾ ਜਿਹੜੀ ਕੱਲ ਨੂੰ ਕਿਓਸ ਟੂ ਕਨਫਿਊਜ਼ਨ ਕ੍ਰੀਏਟ ਕਰ, ਭਾਈ ਲੜਾ ਦੇ। ਪੰਜਾਬ ਦੇ ਵਿੱਚ ਇੱਕ ਐਸੀ ਪਰਿਸਥਿਤੀ ਪੈਦਾ ਕਰਦੇ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਬਣੇ, ਫਿਰ ਤੁਹਾਨੂੰ ਹੈਂਡਲ ਮਿਲੇ। ਫਿਰ ਤੁਹਾਡੇ ਚਾਰ ਲਗਾੜੇ ਉੱਠ ਕੇ ਜਿਹਨਾਂ ਦੋ ਸੀਟਾਂ ਨਹੀਂ ਮਿਲਦੀਆਂ, ਉਹ ਗਵਰਨਰ ਕੋਲ ਜਾਣ ਤੇ ਕਹਿਣ, ਦੇਖੋ ਜੀ ਆ ਦੇਖੋ ਸਥਿਤੀ ਖਰਾਬ ਹੋ ਗਈ। ਜਾਓ ਨਾ ਬਿਹਾਰ ਦੇ ਵਿੱਚ ਕਹੋ ਸਥਿਤੀ ਖਰਾਬ ਹੋ ਗਈ, ਰੈਫਟੇ ਵੱਜਦੇ ਆ, ਧੱਕੇ ਮਾਰ ਲਿਜਾਂਦੇ ਆ। ਉਹ ਜਾਓ ਨਾ ਕੋਈ ਚੀਫ ਉੱਥੇ ਹਰਿਆਣੇ ਦੇ ਵਿੱਚ, ਔਰ ਕਹੋ ਕਿ ਚੀਫ ਮਿਨਿਸਟਰ ਦਾ ਹੈਲੀਕਾਪਟਰ ਨਹੀਂ ਉਤਰਨ ਦਿੰਦੇ, ਡਿਪਟੀ ਸੀਐਮ ਨੂੰ ਪੈਰ ਨਹੀਂ ਧਰਨ ਦਿੰਦੇ। ਉੱਥੇ ਸਥਿਤੀ ਠੀਕ ਹੈ, ਆਪਣੀ ਵਾਰੀ ਆਊ ਹੈ। ਯੂ ਆਰ ਇਨਸਾਈਟਿੰਗ them। ਤੁਸੀਂ ਇਨਸਟੀਗੇਟ ਕਰਦੇ ਹੋ ਸਾਡੇ ਕਿਸਾਨ। ਤੁਸੀਂ ਉਹਨੂੰ ਪੀਸਫੁਲ ਪ੍ਰੋਟੈਸਟ ਕਰਨ ਤੋਂ ਬਹੁਤ ਜ਼ਿਆਦਾ ਉਹਦੀ ਬਾਂਹ ਮਰੋੜ ਰਹੇ ਹੋ। ਆਈ ਕੈਟੇਗੋਰੀਕਲੀ ਡਿਕਲੇਅਰ ਇਟ ਐਜ਼ ਇਕਨੋਮਿਕ ਬਲੈਕਮੇਲ। ਮੈਂ ਕਹਿੰਦਾ ਇਹ ਇਕਨੋਮਿਕ ਬਲੈਕਮੇਲ ਹੈ। ਵੀ ਤੁਸੀਂ ਸਾਡੇ ਪਹਿਲਾਂ ਗੱਡੀਆਂ ਰੋਕਤੀਆਂ ਸੀ, ਤੁਸੀਂ ਸਾਡੇ ਤੇ ਪ੍ਰੈਸ਼ਰ ਪਾਉਂਦੇ। ਪੰਜਾਬੀ ਨੇ ਪੰਜਾਬੀ ਪਿਆਰ ਨਾਲ ਜਾਨ ਮੰਗੋ, ਜਾਨ ਵਾਰ ਦੇਣਗੇ। ਵਾਰੀ ਹੈ, ਇਹ ਉਹ ਸਟੇਟ ਹੈ ਜਿਹਨੇ ਦੇਸ਼ ਲਈ ਜਾਨਾਂ ਵਾਰੀਆਂ। ਪਰਮਵੀਰ ਚੱਕਰ ਜਿੱਤੇ 2% ਲੋਕਾਂ ਨੇ, ਮੇਰੇ ਖਿਆਲ 67% ਲੋਕਾਂ ਦਾ ਪੇਟ ਭਰੇ। ਹਾਂਜੀ, ਹੁਣ ਮੈਂ ਅਗਲੇ ਪੁਆਇੰਟ ਤੇ ਆਵਾਂ। ਇਹ ਹਟ ਗਿਆ ਕਿੱਥੇ ਤੋਂ ਥੋੜਾ ਜਿਹਾ ਪਰ ਇਹ ਜੁੜਿਆ ਹੋਇਆ। ਇਹ ਹੈਗਾ ਜਿਹੜੀ ਆਰਬੀਆਈ ਦੀ ਸਾਡੀ ਕੈਸ਼ ਕ੍ਰੈਡਿਟ ਲਿਮਿਟ ਹੈ। ਇਹ ਪੁਆਇੰਟ ਨੰਬਰ 4 ਹੈ।
non extension of the cash credit limit ਜਿਹੜੀ RBI ਦੀ ਹੈ ਸਾਡੇ ਤੇ 89,200 ਕਰੋੜ ਦਾ ਕਰ ਗਿਆ। ਤੁਸੀਂ ਫਿਰ ਤੁਗਲਕੀ ਫਰਮਾਨ ਜਾਰੀ ਕਰਦੇ ਹੋ ਔਰ 3 ਦਿਨ ਦੇ ਵਿੱਚ ਤੁਸੀਂ ਐਨਪੀ ਡਿਕਲੇਅਰ ਕਰ ਦਿਓ। ਦਸ਼ਕਾਂ ਤੋਂ ਚੱਲਿਆ ਆ ਰਿਹਾ ਇੱਕ ਸਿਸਟਮ ਜਿਹਦੇ ਚ RBI ਸਾਨੂੰ ਫੈਸਿਲਿਟੇਟ ਕਰਦੀ ਸੀ। ਹਾਂਜੀ, ਅਸੀਂ ਵੀ ਖਰੀਦਦੇ ਸੀ, ਉਹ ਵੀ ਖਰੀਦਦੇ ਸੀ, FCI ਉਹ ਖਰੀਦੀ। ਤੁਸੀਂ ਇੱਕੋ ਦਮ 3 ਦਿਨ ਪਹਿਲਾਂ ਤੁਸੀਂ ਇਹ ਕਹਿੰਦੇ ਹੋ ਕਿ ਜੀ 21 ਤਰੀਕ ਨੂੰ ਮਾਰਚ ਦੀ ਤੁਸੀਂ ਐਨਪੀ ਹੋ ਗਏ, ਤੁਹਾਡਾ ਜਿਹੜਾ ਅਕਾਊਂਟ ਆ ਉਹ ਆਊਟ ਆਫ ਆਰਡਰ ਹੋ ਗਿਆ। ਆਈ ਕੁਐਸਚਨ ਦ ਟਾਈਮਿੰਗ। ਮੈਂ ਸਵਾਲ ਖੜੇ ਕਰਦਾ ਇਸ ਟਾਈਮਿੰਗ ਦੇ ਉੱਤੇ। ਇਹ ਹੁਣੇ ਹੀ ਕਿਉਂ ਸੁਝਿਆ ਤੁਹਾਨੂੰ? ਇਹ ਅੱਜ ਹੀ ਤੁਸੀਂ ਕਿਉਂ ਕਹਿਣਾ ਚਾਹੁੰਦੇ ਹੋ ਵੀ ਸਾਡਾ ਜਿੰਨਾ ਕਰਜ਼ਾ ਤੁਸੀਂ RBI ਮਨਾ ਕਰ ਰਿਹਾ? ਹਰ ਸੰਸਥਾ ਨੂੰ ਤੁਸੀਂ ਕਠਪੁਤਲੀ ਬਣਾ ਲਿਆ। ਆਪਦੇ ਇਸ਼ਾਰਿਆਂ ਦੇ ਉੱਤੇ ਆਪਦੇ ਸੈਲਫਿਸ਼ ਵੈਸਟਡ ਇੰਟਰਸਟ ਨੂੰ ਤੁਸੀਂ ਸਟੇਟਾਂ ਦੀ ਬਾਂਹ ਮਰੋੜਨ ਦੇ ਲਈ ਯੂਜ਼ ਕਰਦੇ ਹੋ, ਤੁਸੀਂ ਸਟੇਟਾਂ ਦੇ ਖਿਲਾਫ ਯੂਜ਼ ਕਰਦੇ ਹੋ। ਫਿਰ ਅਲਫਾਜ਼ ਕਿੰਨਾ ਖੂਬਸੂਰਤ ਯੂਜ਼ ਕਰਦੇ ਹੋ ਜਿਹੜਾ ਕਿ ਡਾਇਰੈਕਟਲੀ ਕੰਟਰਾਡਿਕਟਰੀ ਹੈ। ਤੁਸੀਂ ਸਾਡੇ ਕਿਸਾਨ ਨੂੰ ਸਜ਼ਾ ਦੇਣ ਦੇ ਲਈ ਕਰ ਰਹੇ ਹੋ ਵੀ ਉਹ ਤੁਹਾਡੇ ਖਿਲਾਫ ਖੜਾ ਹੈ। ਇਸ ਦੇਸ਼ ਦੇ ਵਿੱਚ ਪੀਸਫੁਲ ਪ੍ਰੋਟੈਸਟ ਜਿਹੜਾ ਹੈ ਉਹ ਜੁਰਮ ਹੋ ਗਿਆ। ਸੱਤਿਆਗ੍ਰਹਿ ਜਿਹੜਾ ਹੈ ਜਿਹਦੀ ਸਫਲਤਾ ਨੂੰ ਤੁਸੀਂ ਰੋਕ ਨਹੀਂ ਸਕਦੇ, ਉਹਦੀ ਬਦਨਾਮੀ ਤੁਸੀਂ ਸ਼ੁਰੂ ਕਰ। ਔਰ ਤੁਸੀਂ ਸ਼ਬਦ ਕੀ ਯੂਜ਼ ਕਰ ਰਹੇ ਹੋ? ਕੋਆਪਰੇਟਿਵ ਫੈਡਰਲਿਜ਼ਮ। ਵਾਹ, ਇਹੋ ਕਿੰਨੀ ਸੋਹਣੀ ਅੰਗਰੇਜ਼ੀ ਸਿੱਖੀ। ਅਸੀਂ ਅੰਗਰੇਜ਼ੀ ਸਕੂਲਾਂ ਦੇ ਪੜ੍ਹਿਆ ਮਿੱਤਰਾ। ਕਾਟ ਦਿਆਂਗੇ ਇਹਨੂੰ, ਵਾਰ ਕਰਾਂਗੇ, ਤੁਹਾਡੇ ਬੰਬ ਦੇ ਕੱਢ ਜਵਾਬ ਨਹੀਂ ਆਣੇ ਤੁਹਾਨੂੰ। ਕੋਆਪਰੇਟਿਵ ਫੈਡਰਲਿਜ਼ਮ ਤੇ ਤੁਹਾਡੇ ਨਾਲ ਬੜੀ ਕੋਆਪਰੇਸ਼ਨ ਕਰ ਰਹੇ ਆ। ਹਾਂਜੀ, ਤੁਹਾਡਾ ਅਕਾਊਂਟ ਬੰਦ ਕਰ ਰਹੇ ਆ, ਤੁਹਾਨੂੰ ਐਨਪੀਏ ਡਿਕਲੇਅਰ ਕਰ ਰਹੇ ਆ, ਤੁਹਾਡਾ ਅਕਾਊਂਟ ਆਊਟ ਆਫ ਆਰਡਰ ਕਰ ਰਹੇ ਆ, ਫਿਰ ਕਹਿ ਰਹੇ ਆ ਵੀ ਤੁਹਾਨੂੰ ਥੋੜੇ ਜਿਹਾ ਆਸਾਨ ਕਰ ਰਹੇ ਆ। ਮੈਂ ਪੁੱਛਦਾ ਗੋਇਲ ਸਾਹਿਬ, ਆਵੇ ਛਾਤੀ ਚੌੜੀ ਕਰਕੇ ਡੰਕੇ ਦੀ ਚੋਟ ਤੇ ਪੁੱਛਦਾ ਯੂ ਆਰ ਦੀ ਫੇਸ। ਤੁਸੀਂ ਹੱਥਾਂ ਤੇ ਬੈਠਦੇ ਹੋ, ਜਿੱਥੇ ਐਗਰੀਕਲਚਰ ਮਿਨਿਸਟਰ ਵੀ ਬੈਠਦਾ ਉੱਥੇ ਵੀ ਤੁਸੀਂ ਨਾਲ ਬੈਠਦੇ। ਮੈਂ ਜਾਣਦਾ ਚਾਰਟਰਡ ਅਕਾਊਂਟੈਂਟ ਮੇਰੇ ਵਧੀਆ ਦੋਸਤ, ਮੈਨੂੰ ਪਿਆਰ ਹੈ ਤੁਹਾਡਾ, ਪਰ ਇੱਥੇ ਸਵਾਲ ਪੰਜਾਬ ਦਾ ਮੈਂ ਪੁੱਛਦਾ ਔਰ ਮੈਂ ਸਵਾਲ ਕਰਦਾ ਕਿ ਇਹ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਹੈ ਤਾਂ ਠੀਕ ਹੈ, ਤੁਹਾਨੂੰ ਕਿਸਾਨ, ਮਜ਼ਦੂਰ ਔਰ ਜਿੰਨੇ ਵੀ ਸਾਡੇ ਛੋਟੇ ਕਿਸਾਨ ਨੇ ਉਹਨਾਂ ਦੀ ਉਦੋਂ ਯਾਦ ਨਹੀਂ ਆਈ, ਉਹਨਾਂ ਦੀ ਉਦੋਂ ਯਾਦ ਨਹੀਂ ਆਈ ਜਦੋਂ ਤੁਸੀਂ ਅੰਬਾਨੀ ਨੂੰ ਪੈਸੇ ਛੱਡਦੇ ਹੋ, ਜਦੋਂ ਤੁਸੀਂ ਐਨਪੀਏ ਵੱਡੇ ਵੱਡੇ ਕਾਰਪੋਰੇਟਸ ਤੇ ਤੁਸੀਂ ਛੱਡਦੇ ਹੋ, ਜਦੋਂ ਅੰਬਾਨੀ ਔਰ ਅਡਾਨੀ ਨੇ ਕਰਜ਼ਾ ਮੋੜਨਾ ਹੁੰਦਾ ਹੈ ਤੇ ਤੁਸੀਂ ਕਹਿੰਦੇ ਹੋ 5 ਸਾਲ ਨਹੀਂ। ਅੰਬਾਨੀ ਸਾਹਿਬ ਵੱਡੇ ਵੱਡੇ ਕਾਰਪੋਰੇਟਾਂ ਨੂੰ ਕਹਿੰਦੇ 5 ਸਾਲ ਹੀ ਮਾਰੇ 25 ਸਾਲ ਪੂਰੇ। ਵਾਹ, ਦੇਖੋ ਵਿਤਕਰੇ ਦੇਖੋ। ਕਦੇ ਇੱਕ ਕਿਸੇ ਕਿਸਾਨ ਨੂੰ, ਕਿਸੇ ਇੱਕ ਛੋਟੇ ਵਪਾਰੀ ਨੂੰ, ਕਿਸੇ ਇੱਕ ਬੰਦੇ ਨੂੰ ਇਹ ਕਿਹਾ ਕਦੇ ਵੀ 5 ਸਾਲ ਜਿਹੜਾ ਮੋੜੀ ਤੂੰ 7 ਚ ਮੋੜਦੀ, ਤੂੰ 10 ਚ ਮੋੜਦੀ? ਮੈਂ ਕਹਿੰਦਾ 10 ਹੀ ਕਰ ਦਿਓ। ਤੁਸੀਂ ਉਹਨਾਂ ਲਈ ਸਕੀਮ ਲਿਆਦੇ ਹੋ 5x25 ਨਹੀਂ ਮੁੜਦੇ, ਕੋਈ ਗੱਲ ਨਹੀਂ, 25 ਚ ਮੋੜੇ। ਸੁਪਰੀਮ ਕੋਰਟ ਕਹਿੰਦਾ ਅੰਬਾਨੀ ਦੀਆਂ 3 ਕੰਪਨੀਆਂ ਦੀ ਕੁਰਕੀ ਕਰੋ। ਹਾਂਜੀ, ਉਹਨਾਂ 3 ਕੰਪਨੀਆਂ ਦਾ ਜਵਾਬ ਨਹੀਂ ਬਣਾਓ ਇਹਨੂੰ, ਐਨਪੀਏ ਡਿਕਲੇਅਰ ਕਰੋ। ਤੁਸੀਂ ਚੌਥੀ ਖੜੀ ਕਰ ਦਿਓ, ਤੁਸੀਂ ਚੌਥੀ ਖੜੀ ਕਰਕੇ ਉਹਦੇ ਵਿੱਚ ਪੈਸੇ ਪਵਾ ਕੇ DRDO ਮਾਰ ਦਿੰਦੇ ਹੋ, ਹਾਲ ਨੂੰ ਮਾਰ ਦਿੰਦੇ ਹੋ, ਪਰ ਤੁਸੀਂ ਉਹਨੂੰ ਪ੍ਰਫੁੱਲਿਤ ਰੱਖੋ। ਇਹ ਤੁਹਾਡਾ ਐਨਪੀਏ ਦਾ ਰੂਲ ਹੈ। ਐਨਪੀਏ ਦਾ ਰੂਲ ਤੁਹਾਨੂੰ ਇੱਕ ਸਟੇਟ ਤੇ ਦੇਖਦਾ ਜਿਹਨੇ ਕੋਈ ਆਪਣੇ ਸਵਾਰਥ ਲਈ ਨਹੀਂ। ਜੇ ਕਣਕ ਖਰੀਦੀ, ਮੈਂ ਮੰਨ ਸਕਦਾ ਕਿ ਕਿਸੇ ਅਫਸਰ ਦੀ ਗਲਤੀ ਹੋਵੇ, ਮੈਂ ਮੰਨ ਸਕਦਾ ਕਿ ਕਿਸੇ ਸਰਕਾਰ ਦੀ ਵੀ ਗਲਤੀ ਹੋਵੇ, ਕਰਜ਼ਾ ਨਹੀਂ ਚੜਨਾ ਚਾਹੀਦਾ ਸੀ, ਮੈਂ ਮੰਨ ਸਕਦਾ ਵੀ 32,000 ਕਰੋੜ ਰੁਪਈਆ ਲੋਕੀ ਇੱਕ ਦਿਨ 'ਚ ਚੜਾ ਗਏ, ਮੈਂ ਮੰਨ ਸਕਦਾ ਇਹ ਗੱਲ। ਪਰ ਤੁਸੀਂ ਕਿਸੇ ਅਫਸਰ ਦੀ ਸਜ਼ਾ ਤੁਸੀਂ ਗਰੀਬ ਨੂੰ ਦਿਓਗੇ, ਤੁਸੀਂ ਗਰੀਬ ਕਿਸਾਨ ਨੂੰ ਦਿਓਗੇ? ਮੈਂ ਮੰਨਦਾ ਨਾ ਕੋਆਪਰੇਟਿਵ ਫੈਡਰਲਿਜ਼ਮ
ਜੇ ਗੋਇਲ ਸਾਹਿਬ ਤੁਸੀਂ ਕਹਿੰਦੇ 10-10 ਸਾਲ ਦੇ ਵਿੱਚ ਅਸੀਂ ਤੁਹਾਨੂੰ 10-10 ਹਜ਼ਾਰ ਕਰੋੜ ਰੁਪਏ ਦਿਆਂਗੇ, 10 ਆ ਲਓ 10 ਅਗਲੇ ਸਾਲ ਤੁਹਾਨੂੰ ਅਸੀਂ 10,000 ਕਰੋੜ ਰੁਪਏ ਦੇਵਾਂਗੇ, ਤੇ ਤੁਸੀਂ ਇਹ ਝੋਨੇ ਦੇ ਕਣਕ ਦੇ ਵਿੱਚੋਂ ਨਿਕਲ ਕੇ ਡਾਈਵਰਸਿਫਿਕੇਸ਼ਨ ਕਰੋ। ਮੈਂ ਮੰਨਦਾ ਨਾ ਫਿਰ ਕੋਆਪਰੇਟਿਵ ਫੈਡਰਲਿਜ਼ਮ ਹੈ, ਇਹ ਕਿਹੜਾ ਕੋਆਪਰੇਟਿਵ ਫੈਡਰਲਿਜ਼ਮ ਹੈ? ਇਹ ਲੋਲੀਪੌਪ ਜਿਹੜੇ ਨੇ ਨਾ, ਇਹ ਲੋਲੀਪੌਪ ਤੁਸੀਂ ਕਿ ਦਿੱਲੀ ਵਾਲੇ ਨੂੰ ਜ਼ਰੂਰ ਦੇ ਲਿਓ। ਪੰਜਾਬ ਦਾ ਕਿਸਾਨ ਸਮਝਦਾ, ਅਸੀਂ ਮਿੱਟੀ ਨਾਲ ਮਿੱਟੀ ਹੋਣ ਵਾਲੇ ਬੰਦੇ ਅਸੀਂ ਸਮਝਦੇ ਆ ਇਸ ਗੱਲ। ਇਸ ਕਰਕੇ ਤੁਸੀਂ ਸਾਨੂੰ ਲੋਲੀਪੌਪ ਦਿਓ, ਕਿਸੇ ਨੇ ਨਹੀਂ ਤੁਹਾਡੇ ਇਸ ਗੇਮ ਚ ਆਉਣਾ, ਔਰ ਕਿਸੇ ਨੇ ਵੰਡਿਆ ਨਹੀਂ ਜਾਣਾ। ਅਸੀਂ ਗੁਰੂਆਂ ਦੇ ਨਾਲ ਜਿਉਂਦੇ ਆ, ਅਸੀਂ ਇਕੱਠੇ ਹੋ ਕੇ ਜੀਆਂ। ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਨੇ ਚਾਹੁੰਦੇ, ਮੈਂ ਕਹਿੰਦਾ ਠੋਕ ਕੇ। ਤੁਸੀਂ ਸਾਨੂੰ ਵੰਡਣਾ ਚਾਹੁੰਦੇ ਹੋ, ਮੈਂ ਕਹਿੰਦਾ ਠੋਕ ਕੇ। ਤੁਸੀਂ ਸਾਡਾ APMC ਮੰਡੀ ਸਿਸਟਮ ਖਤਮ ਕਰਨਾ ਚਾਹੁੰਦੇ ਹੋ, ਤੁਸੀਂ ਲੱਖਾਂ ਲੋਕ ਬੇਰੁਜ਼ਗਾਰ ਕਰਨਾ ਚਾਹੁੰਦੇ ਹੋ, ਤੁਸੀਂ ਕਨਫਿਊਜ਼ਨ ਕ੍ਰੀਏਟ ਕਰਨਾ ਚਾਹੁੰਦੇ ਹੋ। ਤਾਂ ਹੀ ਮੈਂ ਕਹਿੰਦਾ ਕਿ ਇਸ ਮੌਤਾਜੀ ਚੋਂ ਨਿਕਲੀ ਆਪਾਂ। ਮੈਂ ਕਿੰਨੀ ਵਾਰ ਕਹਿ ਚੁੱਕਿਆ, ਹੱਲ ਦੇ ਚੁੱਕਿਆ, ਔਰ 20 ਵਾਰ ਦੌਰਾ ਚੁੱਕਿਆ। ਇੱਕ ਵਾਰ ਫਿਰ ਉੱਥੇ ਦੌਰਾ ਦੇਣਾ ਕਿ ਪੰਜਾਬ ਸਰਕਾਰ ਇਕੱਠੀ ਹੋ ਕੇ ਅੱਜ 1,90,000 ਕਰੋੜ ਦੀ ਲਿਮਟ ਹੈ। ਪੰਜਾਬ ਸਰਕਾਰ ਕਿਸਾਨ ਯੂਨੀਅਨਾਂ ਦੇ ਨਾਲ ਇਕੱਠੀ ਹੋ ਕੇ ਸਾਰੇ ਰਲ ਮਿਲ ਕੇ ਬਗੈਰ ਇੱਕ ਦੂਜੇ ਤੇ ਉਂਗਲਾਂ ਚੱਕੇ, ਬਗੈਰ ਇੱਕ ਦੂਜੇ ਤੇ ਤੋਂਤਾ ਕਸੇ ਇੱਕ ਇਕਨੋਮਿਕ ਮਾਡਲ ਖੜਾ ਕਰੀਏ ਭਾਈ, ਇੱਕ ਆਰਥਿਕ ਮਾਡਲ ਖੜਾ ਕਰੀਏ। ਜਦ ਤੱਕ ਅਸੀਂ ਆਰਥਿਕ ਮਾਡਲ ਖੜਾ ਨਹੀਂ ਕਰਦੇ, ਇਹ ਸਾਡੀਆਂ ਬਾਹਾਂ ਮਰੋੜਦੇ ਰਹਿਣਗੇ। ਤੇ ਮੈਂ ਤੁਹਾਨੂੰ ਕਹਿਣਾ ਕਿ ਜੇ ਤੁਸੀਂ ਐਂਡਿੰਗ ਕਰ ਰਹੇ ਹੋ ਕਿ ਜੇ ਤੁਸੀਂ ਇਹ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਕਰਦੇ ਹੋ ਤੇ ਤੁਸੀਂ ਕਿਸਾਨ ਦੇ ਲਈ, ਮਜ਼ਦੂਰ ਦੇ ਲਈ ਸੋਸ਼ਲ ਜਸਟਿਸ ਦੀ ਗੱਲ ਕਰਦੇ ਹੋ। ਮੈਂ ਕਹਿੰਦਾ ਸੋਸ਼ਲ ਜਸਟਿਸ ਦੀ ਗੱਲ, ਇਕੁਆਲਿਟੀ ਦੀ ਗੱਲ ਕਰਦੇ ਹੋ, ਤੁਸੀਂ ਡਿਸਪੈਰਿਟੀ ਦੀ ਗੱਲ, ਤੁਸੀਂ ਅਨਿਆਂ ਕਰ ਰਹੇ ਹੋ। ਤੁਸੀਂ ਸਾਡਾ ਪੀਸ ਜਿਹੜਾ ਹੈਗਾ ਉਹ ਜ਼ਾਰ ਕਰਨਾ ਚਾਹੁੰਦੇ ਹੋ, ਬਹਾਨੇ ਬਣਾਉਂਦੇ ਹੋ, ਲਾਅ ਐਂਡ ਆਰਡਰ ਸਿਚੁਏਸ਼ਨ ਪੈਦਾ ਕਰਨਾ ਚਾਹੁੰਦੇ ਹੋ। ਸਾਡੀ ਆਰਥਿਕ ਵਿਵਸਥਾ ਨੂੰ ਅਸਤ-ਵਿਅਸਤ ਕਰਨਾ। ਆਈ ਰੈਸਟ ਮਾਈ ਕੇਸ। ਇਹ 4 ਪੁਆਇੰਟਾਂ ਤੇ ਕੋਈ ਆ ਜੇ ਮਾਈ ਦਾ ਲਾਲ ਤੇ ਗੱਲ ਕਰੇ। ਚਿੱਠੀਆਂ ਲਿਖਣ ਦਾ ਕੋਈ ਨਹੀਂ ਹੁੰਦਾ ਮਿੱਤਰਾ, ਨੀਅਤ ਸਾਫ਼ ਚਾਹੀਦੀ ਹੈ। ਸਿਆਸਤ ਆ ਨਾ ਜਿਹੜੀ, ਇਹ ਸੱਚਾਈ ਨੂੰ ਦੇਖਣ ਨਹੀਂ ਦਿੰਦੀ, ਇਹ ਸੱਚਾਈ ਨੂੰ ਸਮਝਣ ਨਹੀਂ ਦਿੰਦੀ। ਗਹਿਰੀ ਹੈ ਨਾ, ਕਿਤੇ ਆਇਨਾ ਨਹੀਂ ਦੇਖਦਾ, ਕਿਤੇ ਚਿਹਰਾ ਨਹੀਂ ਦੇਖਦਾ। ਇਹ ਵਾਰ ਕਰਦੇ ਆ ਲੁਕ ਛਿਪ ਕੇ, ਗੁੜ ਦੇ ਕੇ ਮਾਰ ਕੇ, ਨਾਲੇ ਕਹੀ ਜਾਂਦੇ ਆ, ਕਹਿੰਦੇ ਕੁਛ ਨੇ, ਕਰਦੇ ਕੁਛ। ਕੋਟ ਦੇ ਕੋਟ ਇੱਥੇ ਮੈਂ ਮੈਦਾਨ ਚ ਤੂੰ ਆਇਆ ਲੋ, ਇੰਚ ਪਿੱਛੇ ਨਹੀਂ ਹਟਣਾ। I will not flinch, not back an inch. ਇੰਚ 100 ਵਾਰ 1000 ਵਾਰ ਸੋਚਣਾ ਤਾਂ ਨਿਰਣਾ ਲੈਣਾ। ਜਿਹੜਾ ਨਿਰਣਾ ਲੈਣਾ ਉਹ ਪਿੱਛੇ ਨਹੀਂ ਹਟਿਆ ਕੋਈ ਬੰਦਾ ਕਹੇ ਸਿੱਧੂ ਸਾਹਿਬ ਆ ਤੂੰ 10 ਸਾਲ ਪਹਿਲਾਂ ਕਿਹਾ ਸੀ ਤੇ ਅੱਜ ਮੁੱਕਰ ਗਿਆ ਕੋਈ। ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਉੱਤੇ ਅਡਾਨੀਆਂ ਤੇ ਅਬਾਨੀਆਂ ਦੀ ਅਗਵਾਈ ਹੇਠਲੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ ਨੇ। ਉਹਨਾਂ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਲੈਂਡ ਰਿਕਾਰਡਸ ਦੇ ਬਹਾਨੇ ਕਿਸਾਨਾਂ ਨੂੰ ਆਰਥਿਕ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿੱਧੂ ਮੁਤਾਬਕ ਕਿਸਾਨ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕਰ ਰਹੇ ਨੇ, ਇਸੇ ਲਈ ਕੇਂਦਰ ਸਰਕਾਰ ਹੁਣ ਕਿਸਾਨਾਂ ਨੂੰ ਕਿਵੇਂ ਨਾ ਕਿਵੇਂ ਦੱਬਣ ਵਿੱਚ ਲੱਗੀ ਹੋਈ ਹੈ। ਮਹਾਰਾਜ ਸੀਐਮ ਸਾਹਿਬ ਨੇ ਕੱਲ ਚਿੱਠੀ ਲਿਖੀ ਹੈ ਕਿ ਨਹੀਂ ਲਿਖੀ? ਦੇਖੋ ਜਿਹੜੀ ਉਹਨਾਂ ਨੇ ਲਿਖੀ ਹੈ ਉਹ ਆਪਦਾ ਉਹ ਹੈ। ਮੈਂ ਜਿਹੜੀ ਗੱਲ ਕਹਿ ਰਿਹਾ ਇਹਦਾ ਜਵਾਬ ਦੇ ਦੇ ਕੋਈ ਜਵਾਬ। ਮੈਂ ਨਹੀਂ ਨਾ ਟੁੱਟਦਾ, ਮੈਂ ਫੇਰ ਕਹਿ ਰਿਹਾ ਸਾਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਪਊ। ਮੇਰਾ ਰਾਹ ਅੱਡ ਹੈ, ਮੇਰਾ ਰਾਹ ਅੱਡ ਹੈ। ਮੈਂ ਮੋਤਾਜੀ ਦੇ ਖਿਲਾਫ ਹਾਂ, ਮੈਂ ਕਰਜ਼ੇ ਦੇ ਵੀ ਖਿਲਾਫ ਹਾਂ, ਤੇ ਮੈਂ ਉਹ ਰਾਹ ਦਿੱਤੇ, ਮੈਂ ਉਹ ਰਾਹ ਤੋਂ ਪਿੱਛੇ ਨਹੀਂ ਹਟਿਆ। ਤੇ ਤੁਸੀਂ ਯਾਦ ਰੱਖਿਓ ਮੇਰੀ ਗੱਲ, ਦੇਰ ਆਵੇ ਸਵੇਰ ਆਵੇ, ਰਾਹ ਉਹੀ ਚੁਣਨਾ ਪੈਣਾ। ਦੂਆ ਰਾਹ, ਇੱਕ ਮਿੰਟ ਖੜ੍ਹ, ਦੂਆ ਰਾਹ ਨਹੀਂ ਹੈ, ਦੂਆ ਰਾਹ ਨਹੀਂ ਹੈ। ਮੈਨੂੰ ਦੱਸ ਦਿਓ ਬਗੈਰ ਇਨਕਮ ਦੇ ਕੀ ਹੋਣਾ। ਇਨਕਮ ਕਿੱਥੋਂ ਆਉਣੀ ਮੈਂ ਦੱਸ ਚੁੱਕਿਆ, ਕੋਈ ਨਵੀਂ ਗੱਲ ਨਹੀਂ ਹੈ। ਮੈਂ ਕੋਈ ਨਵੀਆਂ ਗੱਲਾਂ ਕਰ ਲਿਆ।
ਪੁਰਾਣੀਆਂ ਨੇ। ਸਿੱਧੂ ਸਾਹਿਬ ਜਿਸ ਤਰ੍ਹਾਂ ਤੁਸੀਂ ਕਹੀ ਇਹ ਗੱਲ ਹੈ ਕਿ ਚਿੱਠੀ ਪੱਤਰ ਮਸਲੇ ਦਾ ਹੱਲ ਨਹੀਂ ਹੈ ਕਿ ਜਿਵੇਂ ਸੀਐਮ ਸਾਹਿਬ ਨੇ ਨਹੀਂ ਇਹ ਗੱਲ ਨਹੀਂ ਮੈਂ ਕਹੀ, ਤੂੰ ਯਾਰ ਦੇਖ ਤੇ ਕਰਨਾ ਬੜਾ ਪੁਰਾਣਾ ਪਾਪੀਆਂ ਕਿਉਂ ਕਰਦਾ, ਮੈਂ ਤਾਂ ਰੱਬ ਨੂੰ ਬਖਸ਼ਿਸ਼ ਮੰਗਦਾ ਕਿ ਤੂੰ ਮੇਰੇ ਸ਼ਬਦ ਦਾ ਪਾ ਮਿੱਤਰਾ। ਗੱਲ ਸਮਝ, ਬੜੀ ਸਿੰਪਲ ਜੀ ਗੱਲ ਹੈ। ਮੈਂ ਇਹਨਾਂ ਦੀ ਜਿਹੜੀ ਸਾਜ਼ਿਸ਼ ਹੈ ਉਹ ਜ਼ਾਰ ਤਾਰ ਦੀ ਤੇ ਜਵਾਬ ਦੇ ਇਹ ਦੇ ਜਵਾਬ ਕਿ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਕਰਦੇ ਆ, ਮੈਂ ਉਹ ਤੋੜਤਾ। ਇਹ ਗੱਲ ਕਰਦੇ ਵੀ ਸਾਡੇ ਲੈਂਡ ਰਿਕਾਰਡਾਂ ਦੇ ਵਿੱਚ ਸਭ ਕੁਝ ਪਤਾ ਹੈ, ਮੈਂ ਉਹ ਤੋੜਤਾ। 30% ਬੰਦੇ ਨੂੰ ਪੇਮੈਂਟ ਨਹੀਂ ਮਿਲਣੀ, ਤੁਸੀਂ ਦੇਖ ਲਿਓ, ਤੁਸੀਂ ਖੜੇ ਕਰਦੇ ਹੋ ਉਹਨਾਂ ਨੂੰ। ਖਰੀਦਦਾਰ ਨੇ ਕੀਤੀ ਹੈ, ਮੈਂ ਕੀਤੀ ਹੈ ਵੀ ਭਾਈ ਤੁਸੀਂ ਅੰਬਾਨੀਆਂ ਦੇ ਲਈ ਰੂਲ ਅੱਡ ਰੱਖਦੇ ਹੋ, ਸਾਡੇ ਲਈ ਰੂਲ ਅੱਡ ਰੱਖਦੇ ਹੋ। ਤੁਸੀਂ ਵਨ ਨੇਸ਼ਨ ਵਨ ਮਾਰਕੀਟ ਦੇ ਨਾਮ ਦੇ ਉੱਤੇ 3 ਕਾਨੂੰਨ ਲੈਂਦੇ, ਤੁਹਾਡੇ ਕਾਨੂੰਨਾਂ ਦਾ ਹੀ ਮੈਂ ਜੜ ਤੋਂ ਪੱਟ ਦਿੰਦਾ। ਇਹਨਾਂ ਦੀ ਜਿਹੜੀ ਆਤਮਾ ਹੈ ਉਹਨੂੰ ਖੇਡ ਦਿੰਦਾ। ਸਰੀਰ ਕਿੱਥੇ ਰਹੇਗਾ? ਤੁਸੀਂ ਵਨ ਨੇਸ਼ਨ 2 ਮਾਰਕੀਟਸ ਕ੍ਰੀਏਟ ਕਰ, 2 ਮਾਰਕੀਟਸ ਪ੍ਰਾਈਵੇਟ ਪਲੇਅਰਾਂ ਨੂੰ ਹੈਲਪ ਕਰ ਰਹੇ ਹੋ, ਠੀਕ ਹੈ ਜੀ, ਤੇ ਤੁਸੀਂ ਸਰਕਾਰੀ ਮੰਡੀ ਮਾਰ ਰਹੇ ਹੋ। ਸਿੱਧੂ ਸਾਹਿਬ ਕਾਨੂੰਨੀ ਤੌਰ ਤੇ ਫਾਈਟ ਕਰੋਗੇ? ਮੈਂ ਕਿਹਾ ਦੇਖੋ ਮੇਰੀ ਗੱਲ ਨੂੰ ਸੁਣੋ, ਮੈਂ ਤੇ ਪਹਿਲੇ ਦਿਨ ਦਾ ਕਹਿਣਾ ਵੀ ਇਹ ਕਾਨੂੰਨੀ ਲੀਗਲ। ਮੈਂ ਤਾਂ ਪਹਿਲੇ ਤੁਸੀਂ ਦੇਖੋ ਵਿਧਾਨ ਸਭਾ ਸੈਸ਼ਨ ਸੀ, ਠੀਕ ਹੈ, ਮੈਂ ਉੱਥੇ ਠੋਕ ਕੇ ਕਿਹਾ ਕਰੀ ਕਿ ਇਹ ਕਾਨੂੰਨ ਇਲੀਗਲ ਨੇ, ਇਹ ਰਾਸ਼ਨਲ ਨੇ, ਰਿਜੈਕਟ ਕਰੋ ਇਹਨੂੰ। ਕਈ ਸੂਬੇ ਨਹੀਂ ਮੰਨਦੇ, ਅਸੀਂ ਨਹੀਂ ਮੰਨੇ, ਕਾਵੇਰੀ ਰਿਵਰ ਵਾਟਰਸ ਦੇ ਵਿੱਚ ਸਟੇਟ ਨਹੀਂ ਮੰਨੇ, ਅਸੀਂ SYL ਵੇਲੇ ਨਹੀਂ ਮੰਨੇ। ਹਾਂਜੀ ਜਿਹੜਾ ਹੈਗਾ NRCC ਜਿਹੜਾ ਹੈਗਾ CA ਜਿਹੜਾ ਹੈਗਾ, ਇਹਨੂੰ ਕਿਹੜਾ ਸਟੇਟ ਮੰਨੇ ਨੇ? ਉਹ ਯਾਰ ਸਾਡੀ ਹੋਂਦ ਦੀ ਖਤਮ ਕਰ ਦਿਓਗੇ ਤੁਸੀਂ, ਸਾਡੀ ਪੱਗ ਨੂੰ ਹੱਥ ਪਾਓਗੇ ਤੇ ਪੰਜਾਬੀ ਡਰਦਾ। ਇਹ ਨਜ਼ਰਾਂ ਨਹੀਂ ਜਿਹੜੀਆਂ ਚੁੱਕਣ ਵਾਸਤੇ, ਸੁਣ ਲਾ ਮਿੱਤਰਾ, ਇਹ ਨਜ਼ਰਾਂ ਨਹੀਂ ਬਣੀਆਂ ਚੁੱਕਣ ਵਾਸਤੇ। ਇਹ ਖਾਦੇ ਆ ਇਹ ਬਣੀਆਂ ਨੇ ਸ਼ਹੀਦੀਆਂ ਤੇ ਖੁਮਾਰੀਆਂ ਦੇ ਲਈ, ਦੋ ਕੰਮਾਂ ਵਾਸਤੇ ਸਾਡੇ ਸਿਰ ਬਣੇ, ਜਾਂ ਆਰੀਆਂ ਦੇ ਲਈ ਤੇ ਜਾਂ ਸਰਦਾਰੀ ਝੁਕਦੇ ਨਹੀਂ। Everybody question is, what are you doing? I understand the press conferences and you taking up the matter in the Vidhan Sabha. But otherwise, as a political leader who has a say in the country, you are a known face. What else are you doing to take it up, bring it up with the center? You're saying that with your friend. Have you written to him or you will be writing to him? Once the Chief Minister writes to the Prime Minister, you have to write. But there are certain things, there are certain other things that I have to say. They will expose them. I am assisting this great state in every which way. Kisan Morcha in every which way, without expecting anything in return. ਤੁਸੀਂ ਕੱਲ ਇੱਕ ਟਵੀਟ ਕੀਤਾ ਕਿ ਸਿਆਸਤ को लहू पीने की लत है, वरना मुल्क में सब खैरियत है। ਇਹ ਸਿਰਫ ਇੱਕ ਪਾਰਟੀ ਲਈ ਹੈ ਜਾਂ ਜੋ ਤੁਹਾਡਾ ਐਕਸਪੀਰੀਅੰਸ ਹੈ ਉਸ ਬਿਹਾਫ ਤੇ ਤੁਸੀਂ ਇਹ ਤੂੰ ਜਾਣੀ ਜਾਣ ਸਾਡੇ ਨਾਲ ਜਾਣੀ ਜਾਣ ਤੂੰ ਨੇ ਪੁੱਛਦਾ ਮੈਨੂੰ ਟਵੀਟ ਤੁਹਾਡਾ ਨਹੀਂ ਮਿੱਤਰਾ, ਟਵੀਟ ਮੇਰਾ ਕਿ ਤੂੰ ਮੈਂ ਤਾਂ ਨਹੀਂ ਕਿਹਾ, ਮੈਂ ਐਕਸਪਲੇਨ ਕਰ ਠੀਕ ਹੈ ਨਾ। ਸਿੱਧੂ ਬੜੇ ਮੈਂ ਕਹਿਤਾ ਜਿਹੜੇ ਸਮਝਣਾ ਸਮਝ ਜਾਂਦੀ ਤੂੰ ਜੋ ਮੇਰੇ ਤੋਂ ਕਹਾਉਣਾ ਜਾਣਾ ਨਹੀਂ ਕਹਿੰਦਾ। ਨਹੀਂ ਮੈਦਾਨ ਚ ਆ ਰਹੇ ਮੈਂ ਕਿਹਾ ਮੈਦਾਨ ਚ ਆਊਂਗਾ, ਤੈਨੂੰ ਦੱਸ ਕੇ ਥੋੜਾ ਨਾ ਆਊਂਗਾ, ਮੈਂ ਮੀਡੀਆ ਨੂੰ ਦੱਸ ਕੇ ਥੋੜਾ ਨਾ ਆਊਂਗਾ, ਮੈਦਾਨ ਚ ਆ ਰਹੇ ਮਿੱਤਰਾ। ਜਦੋਂ ਤੁਸੀਂ ਗੁਪਤ ਵਿਚਾਰ ਪ੍ਰਗਟ ਕਰਦੇ ਹੋ ਨਾ, ਉੱਥੇ ਹੀ ਖਤਮ ਹੋ ਜਾਂਦਾ। 200 ਬੰਦੇ ਨਿਕਲ ਜਾਣਗੇ ਐਂ ਕਰ। सिद्धू साहब पंजाब के लोग बड़े संगीन आरोप लाए हैं केंद्र सरकार ने बार्डर से बैठे किसानों के बंधुओं मजदूरों की तरह यूपी बिहार ਦੇ ਜਿਹੜੇ ਮਜ਼ਦੂਰ ਹੈਗੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ, ਨਸ਼ੇੜੀ ਬਣਾਇਆ ਜਾਂਦਾ। ਹਿਊਮਨ ਰਾਈਟਸ ਹੈ, ਖਾਸ ਹਿਊਮਨ ਰਾਈਟ ਹੈ ਨਾ ਯਾਰ, ਹਿਊਮਨ ਰਾਈਟ ਵਾਇਲੇਸ਼ਨ ਕਹਿ ਰਿਹਾ ਹੈ ਨਾ। ਮੈਂ ਪੁੱਛਦਾ, ਕੋਵਿਡ ਹੋਇਆ ਸੀ, ਕੋਵਿਡ ਲੱਖਾਂ ਕਰੋੜਾਂ ਮਜ਼ਦੂਰ ਹਜ਼ਾਰਾਂ ਮੀਲ ਤੋਰੇ ਤੁਸੀਂ ਨੰਗੇ ਪੈਰੀ ਬਿਲਕ ਕੇ ਮਰੇ। ਪਹਿਲਾਂ ਉਹਦਾ ਜਵਾਬ ਦੇ, ਹਿਊਮਨ ਰਾਈਟ ਸੀ ਕਿ ਨਹੀਂ ਸੀ? ਜਾ ਦੇ ਜਵਾਬ, ਮੈਂ ਉਹਨਾਂ ਜਿੱਤ ਕਹਿਣਾ। ਉਹ ਹਿਊਮਨ ਰਾਈਟ ਵਾਲੇ ਨਹੀਂ, ਨੰਗੇ ਪੈਰ ਤੋਰੇ ਤੁਸੀਂ, ਤੁਹਾਨੂੰ ਸ਼ਰਮ ਨਾ ਆਈ ਹੈ? ਗਰੀਬ ਬੇਆਬਰੂ ਕੀਤਾ ਤੁਸੀਂ। ਕਿਹਨੂੰ ਸਨਮਾਨ ਦਿੰਦੇ ਹੋ ਤੁਸੀਂ? ਕਿਹਨੂੰ ਜੱਫੀਆਂ ਪਾਉਂਦੇ ਹੋ ਤੁਸੀਂ? ਕਿਹਨੂੰ ਖੜ ਕੇ ਵੈਲਕਮ ਕਰਦੇ ਹੋ? ਕਿਹਦੇ ਜੋ 300 ਕਿਸਾਨ ਸ਼ਹੀਦ ਹੋ ਗਿਆ, ਇੱਕ ਸ਼ਬਦ ਬੋਲੇ ਤੇ ਕਹੇ ਅਮੀਰ ਦੇ ਜਵਾਕ ਜੰਮਦਾ ਤਾਂ ਕੌਣ ਪਹੁੰਚਦਾ ਉੱਥੇ? ਤੈਨੂੰ ਪਤਾ ਨਹੀਂ ਮਿੱਤਰਾ। ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਕਰਦੇ ਤੁਸੀਂ ਹੋਏ, ਸ਼ਰਮ ਕਰੋ। ਲੱਖਾਂ ਕਿਸਾਨ, ਤੁਸੀਂ ਲੱਖਾਂ ਗਰੀਬ ਤੋਰਿਆ, ਪਹਿਲਾਂ ਖੂਨੋ ਖੂਨ ਸੜਕਾਂ ਦੇ ਉੱਤੇ ਜਵਾਕ ਪੈਦਾ ਹੋਏ, ਸੜਕਾਂ ਦੇ ਉੱਤੇ ਮਰੇ, ਗੱਡੀਆਂ ਥੱਲੇ ਆ ਲੋਕ ਮਰੇ ਹੈ।
ਕਾਹਦੇ ਪਿੱਛੇ ਜ਼ਲੀਲ ਕੀਤੇ ਤੁਸੀਂ ਗਰੀਬ ਗੱਲ ਕਰਦੇ ਹੋ। But what about the institutions? ਤੁਸੀਂ ਹੁਣੇ ਕਿਹਾ ਕਿ ਜਿਹੜੇ institutions ਦਾ RBI and others ਉਹਨਾਂ ਨੂੰ ਇਹ ਮਿਸਯੂਜ਼ ਕਰ ਰਹੇ, ਆਮ ਪੁਲਿਸ ਕਰ ਰਹੇ, ਚਲੋ ਬਾਕੀ ਉਹ ਵੀ ਕਰ ਰਹੇ ਹੈ, CBI ਤੇ ਏਜੰਸੀਜ਼ ਨੂੰ ਵੀ ਕਰ ਰਹੇ ਹੈ। ਤੁਹਾਨੂੰ when we talk about ਪੰਜਾਬ ਨਾਲ ਜਦੋਂ ਤੁਸੀਂ ਕਰਦੇ ਹੈ, you think that ਇਹਨੂੰ strongly ਨਹੀਂ ਲਿਖਿਆ ਜਾ ਰਿਹਾ? ਜਦੋਂ ਆਪਾਂ ਉਹਨਾਂ ਨੂੰ ਲਿਖਦੇ ਹਾਂ, ਆਪਾਂ ਤਾਂ ਚਿੱਠੀਆਂ ਲਿਖ ਰਹੇ ਹਾਂ ਉਹਨਾਂ ਨੂੰ। ਛੋਟੇ ਭਾਈ ਜਿਹੜਾ ਇਹ ਮੁੱਦਾ ਹੈ ਨਾ, ਆਪਾਂ ਇਹਦੇ ਫੋਕਸ ਜੇ ਮੈਂ ਉਹਦੇ ਪੁੱਤਰ ਨੂੰ ਬੋਲਿਆ ਨਾ ਹੈਡਲਾਈਨ ਕੋਈ ਉਹ ਨਹੀਂ ਲੱਗ ਮੈਂ ਨਹੀਂ ਚਾਹਦਾ। ਦੇਖੋ ਗੱਲ ਸੁਣੋ ਮੈਂ ਯਾਦ ਯਾਰ ਇੰਨਾ ਸਿਆਣਾ ਪਤਾ ਨਹੀਂ ਇੰਨਾ ਪੜ੍ਹਿਆ ਲਿਖਿਆ ਮੈਂ ਤਾਂ ਇੰਨਾ ਭਰੋਸਾ ਦਿੱਤੇ ਮੈਂ ਤੇਰੇ ਲੇਖ ਪੜ੍ਹਦਾ ਜ਼ਬਰਦਸਤ ਲੇਖ ਤੈਨੂੰ ਪਤਾ ਨਹੀਂ ਭਰਾ ਕਿ ਕਿਹੜੀਆਂ ਕਿਹੜੀਆਂ ਤੈਨੂੰ ਪਤਾ ਨਹੀਂ ਕਿ ਕਿਹੜੇ ਜੱਜ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਕੀ ਹੈ ਸਭ ਪਤਾ ਨਹੀਂ ਭਰਾ ਜਿਵੇਂ ਮੇਰੇ ਮੂੰਹ ਤੋਂ ਬਣਾਉਣਾ ਮੈਂ ਤੇ ਆ ਕੱਢ ਲਿਆ ਯਾਰ ਤੂੰ ਇਹਨੂੰ ਲਾ ਸਿੱਧੇ ਸਾਹਮਣੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਤੇ ਕਿਸਾਨਾਂ ਨੂੰ ਜਿਹੜਾ ਰਲ ਕੇ ਕੁਝ ਕਰਨਾ ਚਾਹੀਦਾ ਹੈ, ਕਮੇਟੀ ਕਰਨੀ ਚਾਹੀਦੀ। ਤੁਸੀਂ ਆਪਣੀ ਪੰਜਾਬ ਸਰਕਾਰ ਦੀ ਗੱਲ ਕੀਤੀ, ਤੁਸੀਂ ਉਹਨਾਂ ਨਾਲ ਗੱਲ ਕੀਤੀ ਇਸ ਤਰ੍ਹਾਂ ਮੈਂ ਗੱਲ ਵੀ ਕੀਤੀ ਹੈ ਸਮਝਿਆ ਨਹੀਂ ਮੈਂ ਵਿਧਾਨ ਸਭਾ ਦੇ ਵਿੱਚ ਬੋਲਿਆ ਵੀ ਹਾਂ ਠੀਕ ਹੈ ਜੀ ਕੀ ਰਿਸਪੌਂਸ ਸੀਗਾ ਜੀ? ਦੇਖੋ ਤੁਹਾਡੇ ਸਾਹਮਣੇ ਇਹ ਰਿਸਪੌਂਸ ਥੋੜਾ ਜਿਹਾ ਹੀ ਚੱਲਿਆ ਫਿਰ ਉਦੋਂ ਬਾਅਦ ਕਿਉਂ ਜੁਟ ਗਿਆ ਥੋੜਾ ਚੱਲਿਆ ਬਾਕੀ ਦੂਜੀ ਚੀਜ਼ ਜਿਹੜੀ ਸੀ ਮੈਂ ਅੰਦਰ ਬੋਲਣਾ ਨਹੀਂ ਪਰ ਉਹ ਪਾਰਟੀ ਦਾ ਹੁੰਦਾ ਨਹੀਂ ਹੁੰਦਾ ਮੈਂ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ ਤੇ ਉੱਥੇ ਉਹਨਾਂ ਨੇ ਤੈਅ ਕੀਤਾ ਕਿ ਫਲਾਣੇ ਬੋਲਣਗੇ ਅਸੀਂ ਉੱਥੇ ਪੂਰਾ ਜਿੱਥੇ ਸਾਡੀ ਵਾਰੀ ਹੈ ਟਿਕਾ ਕੇ ਬੋਲੇ ਟੀਵੀਆਂ ਮਸ਼ੀਨਾਂ ਤੇ ਬੋਲੇ ਹੋਰਾਂ ਤੇ ਬੋਲੇ ਹਰ ਚੀਜ਼ ਤੇ ਬੋਲੇ ਠੋਕ ਕੇ ਬੋਲੇ ਡਿਸਪਲਿਨ ਤੇ ਬੋਲੇ ਲਾਈਵ ਟੈਲੀਕਾਸਟ ਤੇ ਬੋਲੇ ਲੇਕਿਨ ਜਿਹੜੀ ਗੱਲ ਮੈਂ ਕਰਨੀ ਸੀ ਤੁਹਾਡੇ ਸਾਹਮਣੇ ਰੱਖੀ ਬਾਹਰ ਆ ਕੇ ਰੱਖੀ ਤੁਹਾਨੂੰ ਇਹ ਦੱਸਿਆ ਵੀ ਇਹਨਾਂ ਕਾਨੂੰਨਾਂ ਦੀ ਇਲੀਗੈਲਿਟੀ ਕੀ ਹੈ ਤੁਹਾਨੂੰ ਇਹ ਦੱਸਿਆ ਵੀ ਕਿਉਂ ਰੱਦ ਹੋਣੇ ਚਾਹੀਦੇ ਤੁਹਾਨੂੰ ਇਹ ਦੱਸਿਆ ਵੀ ਵੇ ਫਾਰਵਰਡ ਕੀ ਹੈ ਕੋਈ ਵੀਡੀਓ ਚੁੱਕ ਲਓ ਤੇ ਕਿਸੇ ਨੇ ਉਹ ਰਾਹ ਦੱਸਿਆ ਹੁਣ ਤਾਂ ਮੈਨੂੰ ਦੱਸ ਦਿਓ ਤੇ ਜੇ ਮੇਰੇ ਤੋਂ ਬਿਹਤਰ ਕਿਸੇ ਦਾ ਰਾਹ ਹੋਵੇ ਮੈਂ ਉਹਦੇ ਮਗਰ ਤੁਰੂ ਜੇ ਨਾ ਤੁਰਾਂ ਤੇ ਜੱਟ ਨਾ ਕਹੀਓ ਨਾ ਕਹੀਓ ਮੈਨੂੰ ਨਵਜੋਤ ਸਿੰਘ ਤੂੰ ਮੈਂ ਤੁਹਾਨੂੰ ਫਿਰ ਪਹਿਲਾਂ ਜਦੋਂ ਕਰਤਾਰਪੁਰ ਸਾਹਿਬ ਦਾ ਉਹ ਖੁੱਲਿਆ ਤੇ ਮੇਰੇ ਤੇ ਉਂਗਲਾਂ ਚੱਕੀਆਂ ਮੈਂ ਕਹਿੰਦੀ ਕਹਿੰਦੇ ਮੈਂ ਪੋਲਿਟਿਕਸ ਕੀਤੀ ਨਹੀਂ ਕਿਉਂਕਿ ਉਹ ਗੁਰੂ ਦਾ ਆਦੇਸ਼ ਸੀ ਡਾਕੀਆ ਬਣਾਇਆ ਉਹਨੇ ਇਹ ਤੋਂ ਵੱਡਾ ਸਨਮਾਨ ਸਾਡੇ ਸਾਡੀ ਕੀ ਪੁੱਛਣਾ ਸੀ ਤੇ ਫਿਰ ਮੈਂ ਉਦੋਂ ਵੀ ਕਿਹਾ ਸੀ ਕਿ ਜਿਹੜੇ ਮੇਰੇ ਤੇ ਉਂਗਲਾਂ ਚੱਕਦੇ ਉਹ ਖੁਲਾਉਣ ਮੈਂ ਉਹਨਾਂ ਦੇ ਪਿੱਛੇ ਨੂੰ ਉਹਨਾਂ ਦੇ ਪੈਰ ਤੋਂ ਨੀਵਾਂ ਹੋ ਕੇ ਉਹਨਾਂ ਦੇ ਮਗਰ ਤੁਰੂ ਜੇ ਨਾ ਤੁਰਾਂ ਤਾਂ ਜੁਮਾ ਦੇਖੋ ਇਹ ਸਵਾਲ 5 ਕਰੋੜ ਪੰਜਾਬੀਆਂ ਦੀ ਹੋਂਦ ਦਾ ਹੈ ਸਵਾਲ ਇਰਰਿਪੇਅਰੇਬਲ ਡੈਮੇਜ ਦਾ ਹੈ ਸਵਾਲ ਸਾਡੀ ਅਗਲੀ ਜਨਰੇਸ਼ਨ ਦਾ ਜੇ ਅੱਜ ਨਹੀਂ ਲੜੇ ਤੇ ਫਿਰ ਮੇਰੀ ਗੱਲ ਨੂੰ ਸੁਣ ਲੈ ਫਿਰ ਕਾਹਦੀ ਪੋਲਿਟਿਕਸ ਕਰਨੀ ਸਿੱਧੂ ਸਾਹਿਬ ਮਾਡਲ ਦੀ ਸਮੱਸਿਆ ਹੈਗੀ ਜਿਹੜੇ ਕ੍ਰਾਈਸਿਸ ਦੇ ਸਾਰੇ ਜਿਹੜੇ ਸੈਂਟਰ ਸਟੇਟ ਰਿਲੇਸ਼ਨ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਾਂ ਇਹ ਕੋਈ- ਵੈਸੇ ਇੱਕ ਮਾਡਲ ਦੀ ਗੱਲ ਵੀ ਹੈ ਕਿ ਮਾਡਲ ਚਾਹੀਦਾ ਗਾ ਉਹ ਮਾਡਲ ਦੀ ਗਵਾਹੀ ਕੌਣ ਕਰੂਗਾ ਇਹੀ ਤੁਹਾਨੂੰ ਗੱਲ- ਲੱਗਦਾ ਇਸ ਟਾਈਮ ਪੰਜਾਬ ਇੱਕ ਵਿਜ਼ਨਰੀ ਉਸ ਤਰ੍ਹਾਂ ਦਾ ਮਤਲਬ ਕੌਣ ਗਵਾਹੀ ਕਰੂਗਾ ਕਿ ਇਹ ਅਸੀਂ ਤਿਆਰ ਹੋ ਗਵਾਹੀ ਨੂੰ? ਮੇਰੀ ਗੱਲ ਨੂੰ ਸੁਣ ਇਹਨਾਂ ਗੱਲਾਂ 'ਚ ਉਲਝਾ ਦਿੰਦੇ ਹੋ ਇਹ ਥੋੜੀ ਖਾਸੀਅਤ ਪਰ ਮੇਰੀ ਵੀ ਖਾਸੀਅਤ ਮੈਂ ਉਹ ਸਿਰਾ ਮੈਂ ਤੁਹਾਨੂੰ ਸਮਝਾਣਾ ਕੋਈ ਕਹੂ ਉਹ ਫਲਾਣਾ ਇਹ ਕੈਂਡੀਡੇਟ ਉਹ ਫਲਾਣਾ ਮੁੱਖ ਮੰਤਰੀ ਕੋਈ ਦੱਸਦਾ ਕੋਈ ਕਹੇ ਇੰਨੀ 26 ਲੱਖ ਦੀ ਨੌਕਰੀ ਓਏ ਇੰਨੀ ਹੈ ਕਿੱਥੋਂ ਕਿਵੇਂ ਬੁਝਦੇ ਉਹਨੇ ਕਹਿੰਦੇ ਇਹ ਕਿਹਨੇ ਤੈਅ ਕਰਨਾ ਭਾਈ ਵੀ ਕਿਹਦਾ ਏਜੰਡਾ ਠੀਕ ਹੈ ਇਹ ਕਿਹਨੇ ਤੈਅ ਕਰਨਾ ਪੰਜਾਬ ਦੇ ਲੋਕਾਂ ਨੇ ਉਹਨੂੰ ਪੁੱਛ ਨਵਜੋਤ ਸਿੰਘ ਸਿੱਧੂ ਨੇ ਨਹੀਂ ਤੈਅ ਕਰਨਾ ਨਵਜੋਤ ਸਿੰਘ ਸਿੱਧੂ ਰੱਖੂਗਾ ਗੱਲ ਮਤੇ ਦਮ ਤੱਕ ਰੱਖੂਗਾ ਇਹ ਮਾਡਲ ਦਾ ਪੰਜਾਬ ਸਰਕਾਰ ਦਿੰਦੀ ਹੈ ਕਿ ਅਸੀਂ ਨਹੀਂ ਨੌਕਰੀਆਂ ਮੈਂ ਕਿਹਾ ਮੇਰੀ ਗੱਲ ਸੁਣੋ ਪੰਜਾਬ ਸਰਕਾਰ ਜੋ ਕੁਝ ਵੀ ਕਹਿੰਦੀ ਹੈ ਉਹਦਾ ਫੈਸਲਾ ਮੈਂ ਕਰੂੰ ਤੁਹਾਨੂੰ ਕੀ ਲੱਗਦਾ ਉਹਦਾ ਠਹਿਰ ਇਹਨਾਂ ਜਵਾਬ ਦੇ ਉਹਦਾ ਫੈਸਲਾ ਮੈਂ ਕਰੂੰ ਮਿੱਤਰਾ ਜਾਂ ਤੁਸੀਂ ਕਰੋਗੇ ਉਹਦਾ ਫੈਸਲਾ ਵੀ ਪੰਜਾਬ ਦੇ ਲੋਕ ਨਹੀਂ ਸਰ ਸਿੱਧੂ ਸਾਹਿਬ ਇਹ ਪੰਜਾਬ ਦੇ ਲੋਕ ਦੱਸਣਗੇ ਵੀ ਜੋ ਪੰਜਾਬ ਸਰਕਾਰ ਕਹਿੰਦੀ ਹੈ ਉਹ ਠੀਕ ਹੈ ਜੇ ਠੀਕ ਹੋਈ ਦੁਬਾਰਾ ਨਹੀਂ ਸਿੱਧੂ ਸਾਹਿਬ ਜੇ ਨਾ ਠੀਕ ਹੋਈ ਲਾਂਬੇ ਸਿੱਧੂ ਸਾਹਿਬ ਪੰਜਾਬ ਦੇ ਨਹੀਂ ਇੱਕ ਮਿੰਟ ਸਿੱਧੂ ਸਾਹਿਬ ਤੁਹਾਡੇ ਤਾਂ ਪੰਜਾਬ ਦੇ ਲੋਕਾਂ ਲਈ ਤੁਸੀਂ ਇੱਕ ਸਪੈਸ਼ਲ ਹੋ ਤੁਹਾਡੀ ਖਾਸ ਇੱਕ ਵਿਅਕਤੀਗਤ ਪਛਾਣ ਹੈ ਤੇ ਤੁਹਾਡੇ ਤੋਂ ਆਸ ਰੱਖਦੇ ਨੇ ਹੁਣ ਇਹੋ ਜਿਹੇ ਦੌਰ 'ਚ ਆਪਾਂ ਪਹੁੰਚ ਚੁੱਕੇ ਹਾਂ ਵੀ ਤੁਹਾਡੇ ਜਿਹੜੇ ਫੈਸਲੇ ਨੂੰ ਦੇਖ ਰਹੇ ਅਸੀਂ ਤਾਂ ਪੁੱਛ ਰਹੇ ਵੀ ਤੁਸੀਂ ਕਾਂਗਰਸ ਦੀ ਕਾਰਜਕਾਰੀ ਮੇਰਾ ਫੈਸਲਾ ਤੁਹਾਡਾ ਅਗਲਾ ਫੈਸਲਾ ਦੇਖੋ क्या बात पूछी है मेरा फैसला सुन छोटे भी बहुत बढ़िया सवाल किया है छोटे भी बहुत बढ़िया सवाल कोई फैसला नवजोत सिंह सिद्धू ने लिता हो पंजाब ਲਈ ਨਾ ਲਿੱਤਾ ਹੋਵੇ ਆਪਣੇ ਲਈ ਲਿੱਤਾ ਹੋਵੇ ਮੈਨੂੰ ਨਹੀਂ ਪਤਾ ਕੋਈ ਇੱਕ ਬੰਦਾ ਨਾ ਲਓ ਇਸ ਹਿੰਦੁਸਤਾਨ ਦੇ ਵਿੱਚ ਇੱਕ ਬੰਦਾ ਨਾ ਲਓ ਜਿਹਨੇ 6 ਸਾਲ ਦੀ ਰਾਜ ਸਭਾ ਕੀਤੀ ਇੱਕ ਨਾ ਇੱਕ ਬੰਦਾ ਨਾ ਲਓ ਜਿਹਨੇ ਐਮਪੀਗਿਰੀ ਛੱਡੀ ਹੋਵੇ ਇੱਕ ਬੰਦਾ ਨਾ ਲਓ ਜਿਹਨੇ ਗੁਰੂ ਘਰ ਨਾ ਛੱਡਣ ਦੇ ਲਈ ਐਮਪੀਸ਼ਿਪ ਵੀ ਛੱਡੀ ਹੋਵੇ ਆਈਐਨਪੀ ਮਿਨਿਸਟਰੀ ਵੀ ਛੱਡੀ
ਇੱਕ ਬੰਦਾ ਨਾ ਲਓ ਜਿਹੜਾ ਕਹਿੰਦਾ ਹੋਵੇ ਵੀ ਆਹ ਰਾਹ ਹੈ। ਜੇ ਕਿਸੇ ਹੋਰ ਰਾਹ ਤੇ ਤੋਰਨਾ ਕੋਈ ਗੱਲ ਨਹੀਂ, ਤੁਸੀਂ ਤੁਰੋ, ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਆ ਚੁੱਕੋ ਤੁਹਾਡੀ ਮਿਨਿਸਟਰੀ। ਤਾਂ ਹੀ ਤੇ ਤੁਹਾਡੇ ਤੋਂ ਜਾਣੀਆਂ ਆਸਾਂ ਨੇ ਜੀ। ਮੇਰੀ ਗੱਲ ਸੁਣੋ ਇੱਕ ਮਿੰਟ। ਇਸ ਕਰਕੇ ਜਦੋਂ ਮੈਂ ਬੀਜੇਪੀ ਵੀ ਛੱਡੀ ਸੀ, ਪਾਰਟੀ ਵਧੀਆ ਰੱਖਦੀ ਸੀ, ਕੋਈ ਰੌਲਾ ਹੀ ਨਹੀਂ ਸੀ। ਆ ਚੱਕ ਬਈ ਕਰ ਕੰਪੇਨ ਇਹਨਾਂ ਦੀ। ਮੈਂ ਕਿਹਾ ਜੀ ਇਹ ਡਾਕੂ ਨੇ, ਮੈਂ ਨਹੀਂ ਕਰਨੀ। ਅੱਛਾ ਜੇ ਕੰਪੇਨ ਨਹੀਂ ਕਰਨੀ ਮਿੱਤਰਾ, ਕੰਪੇਨ ਨਹੀਂ ਕਰਨੀ ਨਾ ਕਰ, ਕੋਈ ਗੱਲ ਨਹੀਂ, ਫਿਰ ਪੰਜਾਬ ਤੋਂ ਦੂਰ ਰਹਿ। ਕਿਉਂ? ਮੈਂ ਜੜ ਤੋਂ ਦੂਰ ਹੋ ਗਿਆ? ਕੀ ਹੈ ਮੇਰਾ ਸੁਪਨਾ? ਜੇ ਮੈਂ ਆਪਣਾ ਘਰ ਨਹੀਂ ਸੰਭਾਲ ਸਕਦਾ, ਮੈਂ ਬਾਹਰ ਜਾ ਕੇ ਝਾੜੂ ਦਿੰਦਾ ਫਿਰਾਂ, ਫਿਰ ਕਿਆ ਆਖੇ ਜੀ ਇੱਥੋਂ ਬਾਹਰ ਬੜੀਆਂ ਸਾਜ਼ਿਸ਼ਾਂ ਰੱਖਦੇ, ਇੱਥੋਂ ਬਾਹਰ ਚੱਲ ਜਾ, ਤੈਨੂੰ ਉੱਥੇ ਦਾ ਉਹ ਬਣਾ ਦਿੰਦੇ ਆ ਫੇਸ। ਮੈਂ ਫਿਰ ਤੇ ਮੈਂ ਉੱਥੇ ਸੀ। ਹਾਂਜੀ, ਮੇਰੇ ਮੁੰਡੇ ਨੇ ਫੈਸਲਾ ਅਸਿਸਟੈਂਟ ਐਡਵੋਕੇਟ ਨੂੰ ਕਿਹਨੇ ਛੱਡਿਆ? ਸਵੇਰੇ ਆਰਟੀਕਲ ਪੜਿਆ, ਕਹਿੰਦਾ ਪਾਪਾ ਦੇ ਆਰ ਅਕਿਊਜ਼ਿੰਗ ਯੂ ਆਫ ਨੈਪੋਟਿਜ਼ਮ। ਆਪਣੀ ਮਾਂ ਨੂੰ ਕਹਿੰਦਾ ਜੇ ਚੇਅਰਮੈਨ ਹੀ ਲਿੱਤੀ ਮੇਰੇ ਮਾਰੇ ਦਾ ਮੂੰਹ ਦੇਖੇ, ਤੁਰ ਗਿਆ। ਅੱਜ ਤੱਕ ਨਹੀਂ ਆਇਆ। ਕਿਹਦੇ ਲਈ ਕੀਤਾ? ਆਪਣੇ ਲਈ ਕਿ ਪੰਜਾਬ ਲਈ? ਦੱਸੋ ਨਾ ਕਿਹਦੇ ਲਈ ਕੀਤਾ? ਜਵਾਬ ਦੇਵੇ ਕੋਈ ਲਿਆ ਬੰਦਾ, ਜਿਹੜੇ ਹਰ ਰੋਜ਼ ਸ਼ੁਰਨੀਆਂ ਛੱਡ ਦਿੰਦੇ ਆ। ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ, ਇੱਕ ਵਾਰ ਦਊਂ, ਬਾਅਦ ਦੇ ਵਿੱਚ ਮੈਂ ਸਫਾਈਆਂ ਨਹੀਂ ਦਿੰਦਾ ਨਾ ਮੈਂ ਦਵਾਂ। ਨਵਜੋਤ ਸਿੰਘ ਸਿੱਧੂ ਨੇ ਪੁੱਤਰ ਸਰਦਾਰ ਭਗਵੰਤ ਸਿੰਘ ਸੁਤੰਤਰਤਾ ਸੈਨਾਨੀ, ਜਿਹਨੇ ਰਜਵਾੜੇ ਛੱਡੇ, ਸਾਬਣ ਨਹੀਂ ਦੇਖਿਆ 3 ਮਹੀਨੇ, ਕੀਰਤੀ ਗਦਰ ਪਾਰਟੀ ਦੇ ਵਿੱਚ ਤੇਜਾ ਸਿੰਘ ਸੁਤੰਤਰ ਦੇ ਅੰਦਰ ਕੰਮ ਕੀਤਾ, ਉਹਦਾ ਪੁੱਤਰ ਨਵਜੋਤ ਸਿੰਘ ਸਿੱਧੂ ਜਦ ਦਾ ਰਾਜਨੀਤੀ ਦੇ ਵਿੱਚ ਆਇਆ, ਡੰਕੇ ਦੀ ਚੋਟ ਦੇ ਉੱਤੇ ਕਹਿਣਾ, ਜਦ ਦਾ ਰਾਜਨੀਤੀ ਦੇ ਵਿੱਚ ਆਇਆ ਔਰ ਜਦ ਤੱਕ ਰਾਜਨੀਤੀ ਦੇ ਵਿੱਚ ਰਹੂ, ਕਿਸੇ ਤੋਂ ਇੱਕ ਕੋੜਾ ਮੰਗਿਆ ਹੋਵੇ ਨੀਵੇਂ ਥਾਵੇਂ ਪਾਇਓ, ਉਸੇ ਦਿਨ ਰਾਜਨੀਤੀ, ਪੰਜਾਬ ਦੇ ਲੋਕ ਉਸੇ ਦਿਨ। ਫਿਰ ਇਹ ਸ਼ੁਰਨੀਆਂ ਛੱਡਣੀਆਂ, ਸਿੱਧੂ ਨੈਗੋਸ਼ੀਏਸ਼ਨ ਕਰਾ, ਇੱਕ ਬੰਦਾ ਕਦੇ ਮਿਲਿਆ ਵੀ ਹੋਵੇ, ਨੈਗੋਸ਼ੀਏਸ਼ਨ ਬਹੁਤ ਦੂਰ ਦੀ ਗੱਲ ਹੈ। ਇਹ ਬਦਨਾਮ ਕਰਨ ਦੀ, ਜਿਹਦੀ ਸਫਲਤਾ ਰੋਕੀ ਨਹੀਂ ਨਾ ਜਾ ਸਕਦੀ ਮਿੱਤਰਾ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਐਂ ਬਦਨਾਮ ਕਰ ਲਓਗੇ, ਐਂ ਲੋਕਾਂ ਦਾ ਵਿਸ਼ਵਾਸ ਖੋਲੋਗੇ, ਨਹੀਂ ਖੋਇਆ ਜਾਂਦਾ। 6 ਇਲੈਕਸ਼ਨ ਐਵੇਂ ਲੋਕਾਂ ਨੇ ਜਿਤਾਤੇ ਹੈ, ਇਹ ਪ੍ਰਮਾਣ ਨਹੀਂ। ਤੁੱਛ ਹੈ, that which needs to be proven is not worth a toss। ਮੈਂ ਕਹਿੰਦਾ ਪੰਜਾਬ ਦੇ ਲੋਕ ਇਸੇ ਕਰਕੇ ਕਹਿੰਦੇ ਨੇ ਵੀ ਪੰਜਾਬ ਦੇ ਲੋਕਾਂ ਨੇ ਕੀ ਸਿੱਧੂ ਸਾਹਿਬ ਮੈਦਾਨ ਚੋਂ ਗਿਆ ਕਾਸੀ, ਉਹਨਾਂ ਤੋਂ ਪੁੱਛੋ। ਆ ਜਾ, ਹੁਣ ਤੁਸੀਂ ਕਹਿੰਦੇ ਹੋ ਸਿੱਕੇ ਮਾਰਨ ਵਾਲੇ ਮੈਦਾਨ ਚ ਆਏ ਵੀ ਨਾ, ਜਿਹੜਾ ਗੱਲ ਤੁਹਾਨੂੰ ਨੂੰ ਮਾਰ ਸਕਦੇ ਹੋ ਨਾ, ਗੱਲ ਨੂੰ ਤੁਸੀਂ ਆਏ ਨਾ, ਤੁਸੀਂ ਦੇਖੋ ਕਿਸਾਨ ਵੀਰਾਂ ਨੇ, ਮੈਂ ਸ਼ੁਰੂ ਤੋਂ ਕਿਸਾਨ ਮੋਰਚੇ ਨਾਲ ਜੁੜਿਆ ਹਾਂ। ਪਹਿਲੇ ਦਿਨ ਮੈਂ 15,000 ਦੀ ਰੈਲੀ ਕੀਤੀ, 10,000 ਦੀ ਰੈਲੀ ਕੀਤੀ। ਇੱਕ ਸਲੋਗਨ ਸੀ ਪਾਰਟੀ ਦਾ, ਕਿਸੇ ਦਾ ਉਹ ਸਟਾਰਟ ਨਾ ਕੋਈ ਇੱਕ ਦਿਖਾ ਦਿਓ ਪੋਸਟਰ ਲੱਗਿਆ ਹੁੰਦਾ ਜਿਹੜੇ ਉੱਥੇ ਚਨੂਨੀ ਸਾਹਿਬ ਵੀ ਆਏ ਸੀ, ਮੈਨੂੰ ਬਾਅਦ ਚ ਪਤਾ ਲੱਗਿਆ। ਠੀਕ ਹੈ, ਕੀਤੀ। ਉਸ ਤੋਂ ਲੈ ਕੇ ਰੋਜ਼ ਮੈਂ ਕਿਸਾਨ ਮੋਰਚੇ ਲਈ ਲੜਦਾ, ਰੋਜ਼ ਰਾਹ ਦੇਣਾ, ਰੋਜ਼ ਕਹਿਣਾ ਕਿ ਸਾਨੂੰ ਇਕਨੋਮਿਕ ਮਾਡਲ ਬਣਾਉਣਾ ਚਾਹੀਦਾ, ਸਾਨੂੰ ਛੋਟੇ ਫਾਰਮਰ ਦਾ ਮਾਡਲ ਬਣਾਉਣਾ ਚਾਹੀਦਾ, ਰੋਜ਼ ਕਹਿਣਾ, ਹਰ ਰੋਜ਼। ਔਰ ਆਪਣੀ ਗੱਲ ਤੇ ਖੜਾ ਕਿ ਮੇਰੇ ਤੋਂ ਵਧੀਆ ਕੋਈ ਦਊਗਾ, ਮੈਂ ਉਹਦੀ ਰਾਹ ਤੇ ਤੁਰੂ। ਨਹੀਂ ਤਾਂ ਤੁਸੀਂ ਪੁੱਛੋ, ਨਵਜੋਤ ਸਿੰਘ ਸਿੱਧੂ ਨੇ ਮੈਦਾਨ ਨਹੀਂ ਛੱਡੇ ਕਦੇ। ਇਹ ਉਹ ਬੰਦਾ ਨਹੀਂ ਹੈ ਜਿਹੜਾ ਆਇਆ ਔਰ ਗਿਆ। 16 ਸਾਲ ਦੇ ਜਿਹਨੇ ਬੜੇ ਲੋਕ ਨੇ, ਜਿਨ੍ਹਾਂ ਨੇ ਥੱਲੇ ਸਿੱਟਣ ਦੀ ਕੋਸ਼ਿਸ਼ ਕੀਤੀ, ਨਾ ਮੈਂ ਗਿਰਾ। ਲੈ ਫਿਰ ਸ਼ੇਰ ਸੁਣਾਇਆ, ਫਿਰ ਕਹੋਗੇ ਸ਼ੇਰ नहीं सुनाया नवजोत। ना मैं गिरा, ना मेरी उम्मीदों का कोई मीनार गिरा, ना मैं गिरा, ना मेरी उम्मीदों का कोई मीनार गिरा, लेकिन मुझे गिराने की कोशिश में हर बंदा कई बार नहीं गिरा। ਸਰਕਾਰ ਤੇ ਵਾਪਸੀ मित्र प्यारे, दैट इज द एंड। ਦੱਸ ਦਈਏ ਕਿ ਬੀਤੇ ਦਿਨੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਲੈਂਡ ਰਿਕਾਰਡਸ ਅਤੇ ਸਿੱਧੀ ਅਦਾਇਗੀ ਨੂੰ ਲੈ ਕੇ ਕੇਂਦਰ ਦੀਆਂ ਸ਼ਰਤਾਂ ਜਲਦੀ ਲਾਗੂ ਕਰਨ, ਨਹੀਂ ਤਾਂ ਕਣਕ ਦੀ ਫਸਲ ਲਈ ਅਦਾਇਗੀ ਨਹੀਂ ਕੀਤੀ ਜਾਵੇਗੀ। ਜਿਸ ਤੋਂ ਬਾਅਦ ਹੁਣ ਸਿੱਧੂ ਨੇ ਕੇਂਦਰ ਖਿਲਾਫ ਆਪਣੇ ਪੱਤੇ ਖੋਲੇ ਨੇ। ਪਟਿਆਲਾ ਤੋਂ ਅਮਰਜੀਤ ਸਿੰਘ, ਪੰਜਾਬੀ ਲੋਕ ਚੈਨਲ।